ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਅੱਜ ਦਾ ਮਸਲਾ ਬਹੁਤ ਬਹੁਤ ਸਵਾਗਤ। ਦੋਸਤੋ, ਚੋਣਾਂ ਦਾ ਬਿਗਲ ਵੱਜ ਚੁੱਕਾ ਔਰ ਭਾਰਤ ਦੇ 5 ਸੂਬਿਆਂ ਵਿੱਚ ਚੋਣਾਂ ਹੋਣ ਜਾ ਰਹੀਆਂ, ਜਿਹਦੇ ਵਿੱਚ ਪੰਜਾਬ ਵੀ ਜਿਹੜਾ ਹੈ ਆਪਣੀ ਸ਼ਮੂਲੀਅਤ ਕਰ ਰਿਹਾ। ਸੋ ਪੰਜਾਬ ਦੇ ਵਿੱਚ ਵੀ ਇਲੈਕਸ਼ਨ ਜਿਹੜੇ ਹੋਣ ਜਾ ਰਹੇ ਆ। ਸੋ ਕਿਸ ਤਰੀਕੇ ਦੇ ਨਾਲ ਇਹ ਚੋਣਾਂ ਦੀ ਸਾਰੀ ਵਿਉਂਤਬੰਦੀ ਕੀਤੀ ਗਈ ਔਰ ਕਿਸ ਤਰੀਕੇ ਦੇ ਨਾਲ ਮਤਦਾਨ ਹੋਣਾ ਹੈ, ਔਰ ਇਹ ਸਾਰਾ ਜਿਹੜਾ ਹੈ ਵੋਟਰਸ ਨੂੰ ਜਾਗਰੂਕ ਕਰਨ ਵਾਸਤੇ ਔਰ ਚੋਣਾਂ ਦੀਆਂ ਤਿਆਰੀਆਂ ਉੱਤੇ ਦੂਰਦਰਸ਼ਨ ਲਗਾਤਾਰ ਇੱਕ ਸੀਰੀਜ਼ ਚਲਾ ਰਿਹਾ। ਸੋ ਅੱਜ ਦਾ ਮਸਲਾ ਅਸੀਂ ਲਗਾਤਾਰ ਇਸੇ ਵਿਸ਼ੇ ਦੇ ਉੱਤੇ ਚਰਚਾ ਕਰਦੇ ਪਏ ਹਾਂ। ਸੋ ਚੋਣਾਂ ਦੀਆਂ ਤਿਆਰੀਆਂ ਅਤੇ ਜਾਗਰੂਕਤਾ, ਸੋ ਕਿਸ ਤਰੀਕੇ ਨਾਲ ਵੋਟਰ ਜਿਹੜੇ ਹੈ ਉਹ ਜਾਗਰੂਕ ਹੋ ਸਕਣ। ਸੋ ਇਹਦੇ ਉੱਤੇ ਅਸੀਂ ਮਹੱਤਵਪੂਰਨ ਯੋਗਦਾਨ ਦੇ ਰਹੇ ਹਾਂ। ਸੋ ਆਪਣੇ ਸਟੂਡੀਓ 'ਚ ਅਸੀਂ ਬਹੁਤ ਹੀ ਖਾਸ ਮਾਹਿਰ ਮਹਿਮਾਨ ਬੁਲਾਏ ਅੱਜ ਗੱਲਬਾਤ ਵਾਸਤੇ। ਸਭ ਤੋਂ ਪਹਿਲਾਂ ਤਾਰੁਫ, ਮੇਰੇ ਨਾਲ ਬੈਠੇ ਹਨ ਸ਼੍ਰੀ ਆਦਿਤਿਆ ਉੱਪਲ ਜੀ, ਜੋ ਕਿ IAS ਨੇ, ਐਡੀਸ਼ਨਲ ਡਿਪਟੀ ਕਮਿਸ਼ਨਰ ਕਪੂਰਥਲਾ। ਸਰ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਔਰ ਨਾਲ ਬੈਠੇ ਹਨ ਹਰਮਿੰਦਰ ਸਿੰਘ ਸੰਧੂ ਜੀ, ਜੋ ਕਿ ਐਡਵੋਕੇਟ ਨੇ ਔਰ RTI ਐਕਸਪਰਟ ਨੇ। ਸਰ ਬਹੁਤ ਬਹੁਤ ਸਵਾਗਤ ਹੈ ਸਰ। ਜੈ ਜੀ। ਦਰਸ਼ਕੋ, ਘਰ ਬੈਠੇ ਤੁਸੀਂ ਸਾਡੇ ਨਾਲ ਟੈਲੀਫੋਨ ਦੇ ਉੱਤੇ ਰਾਬਤਾ ਰੱਖਦੇ ਹੋ। ਸਾਡੇ ਟੈਲੀਫੋਨ ਨੰਬਰ ਨੋਟ ਕਰ ਲਓ, 0181 281 42 61, 0181 281 42 64। ਸਾਨੂੰ ਤੁਹਾਡੀਆਂ ਕਾਲਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਰਹੇਗਾ। ਸੋ ਚਰਚਾ ਸ਼ੁਰੂ ਕਰਦੇ ਹਾਂ ਸਰ। ਸਭ ਤੋਂ ਪਹਿਲਾਂ ਕਿ ਚੋਣਾਂ ਦਾ ਆਗਾਜ਼ ਹੋ ਚੁੱਕਾ ਔਰ ਮਾਡਲ ਕੋਡ ਆਫ ਕੰਡਕਟ ਜਿਹੜਾ ਹੈ ਇੰਪੋਜ਼ ਹੋ ਚੁੱਕਾ। ਸੋ ਮਾਡਲ ਕੋਡ ਆਫ ਕੰਡਕਟ ਦੇ ਵਿੱਚ ਕਿਹੜੀਆਂ ਚੋਣ ਜ਼ਾਬਤੇ ਦੇ ਵਿੱਚ ਚੀਜ਼ਾਂ ਜਿਹੜੀਆਂ ਰਿਸਟ੍ਰਿਕਟ ਹੋ ਜਾਂਦੀਆਂ ਨੇ, ਸੋ ਕਿਹੜੀਆਂ ਚੀਜ਼ਾਂ ਦਾ ਕੈਂਡੀਡੇਟਸ ਨੇ, ਪਾਰਟੀਜ਼ ਨੇ ਫੋਲੋ ਕਰਨਾ ਹੁੰਦਾ। ਸੋ ਉਹਦੇ ਬਾਰੇ ਥੋੜ੍ਹਾ ਸਾਡੇ ਦਰਸ਼ਕਾਂ ਨੂੰ ਵਿਸਤਾਰ ਦੇ ਨਾਲ। ਜਿਹੜਾ ਕਿ ਮਾਡਲ ਕੋਡ ਆਫ ਕੰਡਕਟ ਇਹ ਹੁੰਦਾ ਹੈ, ਇਹ ਇਲੈਕਸ਼ਨਸ ਦੀ ਅਨਾਊਂਸਮੈਂਟ ਦੇ ਨਾਲ ਹੀ ਫੋਰਸ ਦੇ ਵਿੱਚ ਆ ਜਾਂਦਾ ਹੈ। ਜਿਵੇਂ ਕਿ 8 ਜਨਵਰੀ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਜਦੋਂ ਅਨਾਊਂਸ ਹੋਏ ਸੀਗੇ, ਨਾਲ ਹੋਰ ਸਟੇਟਾਂ ਦੇ ਵੀ, ਉਸੇ ਟਾਈਮ ਤੋਂ ਇਹ ਕੋਡ ਆਫ ਕੰਡਕਟ ਫੋਰਸ ਤੇ 'ਚ ਆਇਆ ਸੀ ਜੀ। ਇਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਰਿਸਟ੍ਰਿਕਸ਼ਨਸ ਹੁੰਦੀਆਂ ਨੇ ਪੋਲੀਟੀਕਲ ਪਾਰਟੀਜ਼ ਤੇ ਜੀ, ਕਿ ਵਿਦ ਰਿਸਪੈਕਟ ਟੂ ਕਿਵੇਂ ਉਹਨਾਂ ਨੇ ਇਲੈਕਸ਼ਨ ਦਾ ਪ੍ਰਚਾਰ ਕਰਨਾ ਹੈ। ਜਿਵੇਂ ਕਿ ਫੋਰ ਐਗਜ਼ਾਮਪਲ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਹੀ ਕੋਡ ਆਫ ਕੰਡਕਟ ਫੋਰਸ ਦੇ ਵਿੱਚ ਆਇਆ, ਜਿਹੜੀ ਵੀ ਪੋਲੀਟੀਕਲ ਹੋਰਡਿੰਗਸ ਜਾਂ ਕੋਈ ਵੀ ਐਡਵਰਟਾਈਜ਼ਮੈਂਟਸ ਐਟਸੈਟਰਾ ਵੱਖ-ਵੱਖ ਪਾਰਟੀਆਂ ਦੀਆਂ ਗਵਰਨਮੈਂਟ ਪ੍ਰੋਪਰਟੀਜ਼ ਤੇ ਲੱਗੀਆਂ ਹੋਈਆਂ ਸੀਗੀਆਂ, ਉਹ ਜਿੰਨੀ ਵੀ ਉਹਨਾਂ ਸਾਰੀ ਨੂੰ ਅਸੀਂ ਰਿਮੂਵ ਕੀਤਾ ਵਿਦਨ 72 ਆਵਰਸ। ਉਹਨਾਂ ਦੇ ਰਿਮੂਵਲ ਤੋਂ ਬਾਅਦ ਇਹਨਾਂ ਤੇ ਹੁਣ ਰਿਸਟ੍ਰਿਕਸ਼ਨ ਹੈਗੀ ਹੈ ਕਿ ਇਹ ਵਿਦਆਊਟ ਪਰਮਿਸ਼ਨ ਕਿਤੇ ਵੀ ਆਪਣੀ ਕਿਸੇ ਤਰ੍ਹਾਂ ਦੀ ਵੀ ਪਾਰਟੀ ਰਿਲੇਟਡ ਕੋਈ ਵੀ ਹੋਰਡਿੰਗ ਜਾਂ ਪੋਸਟਰ ਨਹੀਂ ਲਾ ਸਕਦੇ। ਜੇਕਰ ਕਿਸੇ ਦੀ ਪ੍ਰਾਈਵੇਟ ਪ੍ਰੋਪਰਟੀ ਤੇ ਲੱਗਿਆ ਹੋਇਆ ਹੈ ਵਿਦਆਊਟ ਦੇਅਰ ਪਰਮਿਸ਼ਨ, ਇਟ ਇਜ਼ ਰਿਮੂਵਡ ਐਂਡ ਨੋਟਿਸ ਇਜ਼ ਸੈਂਟ। ਤੇ ਉਸ ਤੋਂ ਇਲਾਵਾ ਰਿਸਟ੍ਰਿਕਸ਼ਨਸ ਹੈਗੀਆਂ ਇਹਨਾਂ ਦੇ, ਜਿਵੇਂ ਕਿ ਰੈਲੀਜ਼ ਹੁੰਦੀਆਂ ਪੋਲੀਟੀਕਲ ਰੈਲੀਜ਼ ਦੇ ਉੱਪਰ ਰਿਸਟ੍ਰਿਕਸ਼ਨਸ ਹੈਗੀਆਂ ਕਿ ਵਿਦਆਊਟ ਪਰਮਿਸ਼ਨ ਉਹ ਰੈਲੀਜ਼ ਨਹੀਂ ਕੱਢੀਆਂ ਜਾ ਸਕਦੀਆਂ। ਫਿਲਹਾਲ ਦੀ ਕੜੀ ਤਾਂ 22 ਤੱਕ ਕੰਪਲੀਟ ਬੈਨ ਹੈਗਾ ਕੋਵਿਡ ਦੇ ਮਾਹੌਲ ਨੂੰ ਦੇਖਦੇ ਹੋਏ, ਬਟ ਹੁਣ ਇਹ 'ਤੇ ਫਰਦਰ ਡਿਸੀਜਨ ਲਿੱਤਾ ਜਾਏਗਾ। ਤੇ ਰਿਸਟ੍ਰਿਕਸ਼ਨਸ ਰਹਿੰਦੀਆਂ ਨੇ, ਰਿਸਟ੍ਰਿਕਸ਼ਨਸ ਔਨ ਯੂਜ਼ੇਜ ਆਫ ਲਾਊਡ ਸਪੀਕਰਸ ਜਿਹੜੇ ਉਹ ਯੂਜ਼ ਕਰਦੇ ਆ ਇਸ ਚੀਜ਼ ਦੇ ਵਿੱਚ। ਉਸ ਤੋਂ ਇਲਾਵਾ ਇਹਨਾਂ ਰੈਲੀਜ਼ ਦੇ ਵਿੱਚ ਇਹਨਾਂ ਦੇ ਜਿਹੜੇ ਕਿ ਪੋਸਟਰਸ ਲੱਗਦੇ, ਉਹਨਾਂ ਦੇ ਵਿੱਚ ਕਿਸੇ ਤਰੀਕੇ ਨਾਲ ਰਿਲੀਜਨ ਦੇ ਬੇਸਿਸ 'ਤੇ ਜਾਂ ਕਾਸਟ ਦੇ ਬੇਸਿਸ 'ਤੇ ਜਾਂ ਕਿਸੇ ਤਰ੍ਹਾਂ ਦੀ ਟੈਨਸ਼ਨਸ ਨੂੰ ਅਰਾਈਜ਼ ਕਰਨ ਵਾਲਾ ਕੋਈ ਕੰਟੈਂਟ ਤਾਂ ਨਹੀਂ ਹੈਗਾ। ਉਹਦੇ ਉੱਪਰ ਬਹੁਤ ਕਲੋਜ਼ਲੀ ਵਾਚ ਰੱਖੀ ਜਾਂਦੀ ਹੈ। ਸੋ ਬੜਾ ਮਹੱਤਵਪੂਰਨ ਤੁਸੀਂ ਦੱਸਿਆ ਕਿ ਬਹੁਤ ਸਾਰੀਆਂ ਪਾਬੰਦੀਆਂ ਇੱਕ ਲੈਵਲ ਪਲੇਇੰਗ ਫੀਲਡ ਮੁਹੱਈਆ ਕਰਾਉਣ ਵਾਸਤੇ ਜਿਹੜਾ ਹੈ ਉਹ ਪ੍ਰਸ਼ਾਸਨ ਵੱਲੋਂ ਜਿਹੜਾ ਮੁਹੱਈਆ ਕਰਵਾਇਆ ਜਾਂਦਾ, ਔਰ ਬਹੁਤ ਸਾਰੇ ਨਿਯਮ ਜਿਹੜੇ ਹੈ ਸਾਰੀਆਂ ਪਾਰਟੀਆਂ ਨੂੰ, ਸਾਰੇ ਕੈਂਡੀਡੇਟਸ ਨੂੰ ਫੋਲੋ ਕਰਨੇ ਪੈਂਦੇ। ਮੈਂ ਸੰਧੂ ਜੀ ਤੁਹਾਡੇ ਕੋਲੋਂ ਕਿ ਇਹਦੇ ਵਿੱਚ ਪ੍ਰਸ਼ਾਸਨ ਨੇ ਬਹੁਤ ਜ਼ਿਆਦਾ ਤਿਆਰੀਆਂ ਕੀਤੀਆਂ ਔਰ ਬਹੁਤ ਕੋਸ਼ਿਸ਼ ਕਰ ਰਹੇ ਆ ਕਿ ਚੁਣਾਵਾਂ ਦੇ ਵਿੱਚ ਮਾਡਲ ਕੋਡ ਆਫ ਕੰਡਕਟ ਜਿਹੜਾ ਹੈ, ਚੋਣ ਜ਼ਾਬਤਾ ਹੈ, ਉਸ ਦੀ ਪਾਲਣਾ ਹੋਵੇ। ਕਿਤੇ ਨਾ ਕਿਤੇ ਕੋਈ ਲੂਪ ਹੋਲਸ ਜਿਹੜੇ ਨਜ਼ਰ ਆ ਜਾਂਦੇ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਇਸ ਚੀਜ਼ ਨੂੰ ਦੇਖਦੇ ਹੋ, ਕਿੰਨਾ ਕੁ ਕਾਰਗਰ ਔਰ ਕਿਸ ਤਰੀਕੇ ਦੇ ਨਾਲ ਹੋ ਚੁੱਕਾ ਹੈ ਚੋਣ ਜ਼ਾਬਤਾ ਜਿਹੜਾ ਲਾਗੂ ਹੋ ਚੁੱਕਾ? ਕਾਫੀ ਕਾਰਗਰ ਹੈ ਚੋਣ ਜ਼ਾਬਤਾ, ਬਟ ਸਾਰੀਆਂ ਚੀਜ਼ਾਂ ਪ੍ਰਸ਼ਾਸਨ ਦੀ ਸਤਰਕਤਾ ਤੇ ਨਿਰਭਰ ਨੇ ਕਿ ਉਹ ਕਿੰਨਾ ਕੁ ਇਹਦੇ ਬਾਰੇ ਲਾਗੂ ਕਰਵਾ ਸਕਦੇ ਨੇ। ਹਰ ਜਗ੍ਹਾ ਪ੍ਰਸ਼ਾਸਨ ਨਹੀਂ ਪਹੁੰਚ ਸਕਦਾ। ਲੋਕਾਂ ਨੂੰ ਥੋੜ੍ਹਾ ਜਿਹਾ ਆਪ ਵੀ ਧਿਆਨ ਰੱਖਣਾ ਪਏਗਾ। ਜੇ ਕੋਈ ਆਪਣੇ ਘਰ 'ਚ ਰੈਲੀ ਰੱਖਦਾ, ਜਿਹਨੂੰ ਤੁਸੀਂ ਪਬਲਿਕ ਮੀਟਿੰਗ ਕਹਿੰਦੇ ਹੋ, ਆਪਣੀ ਗਲੀ 'ਚ ਕਰਦਾ, ਆਪਣੇ ਕਿਸੇ ਓਪਨ ਪਲੇਸ 'ਚ ਕਰਦਾ, ਉਹਨੂੰ ਜ਼ਿਲ੍ਹਾ ਪ੍ਰਸ਼ਾਸਨ ਤੋਂ ਪਹਿਲਾਂ ਪਰਮਿਸ਼ਨ ਲੈਣੀ ਚਾਹੀਦੀ ਹੈ। ਜੇ ਉਹਨੇ ਕਿਤੇ ਜਾਣਾ ਜਿੱਥੇ ਕਿਸੇ ਹੋਰ ਨੇ ਰੱਖੀ ਹੋਈ ਹੈ, ਉਹਨੂੰ ਉੱਥੇ ਵੀ ਪਤਾ ਕਰਨਾ ਚਾਹੀਦਾ ਕਿ ਇਹ ਬੰਦੇ ਦੇ ਕੋਲ ਕੋਈ ਪਰਮਿਸ਼ਨ ਹੈ ਕਿ ਨਹੀਂ ਹੈ, ਕੋਈ ਗੈਰ ਕਾਨੂੰਨੀ ਕੰਮ ਦਾ ਮੈਂ ਹਿੱਸਾ ਤਾਂ ਨਹੀਂ ਬਣ ਰਿਹਾ। ਸੋ ਹਰ ਕੰਮ ਪ੍ਰਸ਼ਾਸਨ 'ਤੇ ਛੱਡਣਾ ਠੀਕ ਨਹੀਂ। ਲੋਕਤੰਤਰ ਤਾਂ ਹੀ ਚੱਲਣਾ ਜੇ ਸਾਰੇ ਆਪਣਾ ਕੰਮ ਸਹੀ ਤਰੀਕੇ ਨਾਲ ਕਰਨਗੇ, ਜਾ ਕੇ ਵੋਟ ਪਾਉਣਗੇ, ਆਪਣਾ ਹਿੱਸਾ ਪਲੇ ਕਰਨਗੇ। ਸਿਰਫ ਕਿਸੇ ਨੂੰ ਕੋਸਣ ਦੇ ਨਾਲ ਜਾਂ ਕਿਸੇ ਨੂੰ ਕਹਿਣ ਨਾਲ ਸਾਰਾ ਕੁਝ ਨਹੀਂ ਹੋਣਾ। ਫਿਰ ਵੀ ਉਹਨਾਂ ਨੂੰ ਜੇ ਕੁਝ ਦਿਸਦਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੋ ਰਹੀ ਹੈ, ਉਹਦੇ ਬਾਰੇ ਸਾਰੀਆਂ ਚੀਜ਼ਾਂ ਨੈੱਟ 'ਤੇ ਅਵੇਲੇਬਲ ਨੇ। ਅੱਜ ਕੱਲ੍ਹ ਨੈੱਟ ਦਾ ਜ਼ਮਾਨਾ ਹੈ, ਅਖਬਾਰਾਂ 'ਚ ਵੀ ਆਉਂਦੀਆਂ, TV 'ਚ। ਉਹਨੂੰ ਦੇਖ ਕੇ ਉਹਦੇ ਬਾਰੇ ਜੇ ਉਹਨਾਂ ਨੂੰ ਲੱਗਦਾ ਕੋਈ ਵਾਇਲੇਸ਼ਨ ਹੋ ਰਹੀ ਹੈ, ਉਸ ਸੰਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਫੋਨ ਦੇ ਉੱਤੇ ਹੀ
ਜਾਣਕਾਰੀ ਦੇ ਕੇ ਕਾਰਵਾਈ ਕਰਵਾ ਸਕਦੇ ਨੇ ਤੇ ਕਰਾਉਣੀ ਚਾਹੀਦੀ ਹੈ। ਬੜਾ ਇੰਪੋਰਟੈਂਟ ਹੈ ਕਿ ਸਾਰੇ ਜਿਹੜੇ ਲੋਕ ਹੈ ਲੋਕਤੰਤਰ ਦੇ ਵਿੱਚ ਹਰ ਵਿਅਕਤੀ ਦੀ ਭਾਗੀਦਾਰੀ ਬੜੀ ਅਹਿਮ ਹੋ ਜਾਂਦੀ। ਸੋ ਸਾਨੂੰ ਨਾ ਸਿਰਫ ਅਸੀਂ ਵੋਟ ਦਾ ਪ੍ਰਯੋਗ ਕਰਨਾ ਬਲਕਿ ਆਲੇ ਦੁਆਲੇ ਵੀ ਦੇਖਣਾ ਕਿ ਕਿਤੇ ਕਿਸੇ ਕਿਸਮ ਦੀ ਕੋਈ ਚੋਣ ਜਾਬਤਾ ਦਾ ਉਲੰਘਣ ਤਾਂ ਨਹੀਂ ਹੋ ਰਿਹਾ, ਉਸ ਦੀ ਜਾਣਕਾਰੀ ਜਿਹੜੀ ਦੇਣੀ। ਸਰ ਇਸ ਵਾਰੀ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਫਸਟ ਟਾਈਮ ਵੋਟਰਸ ਹੈਗੇ ਜਿਹੜੇ ਚੋਣ ਪ੍ਰਕਿਰਿਆ ਵਿੱਚ ਹਿੱਸਾ ਲੈ ਰਹੇ। ਸੋ ਉਹਨਾਂ ਵਿੱਚ ਵੈਸੇ ਬਹੁਤ ਉਤਸ਼ਾਹ ਹੁੰਦਾ। ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਹੋਰ ਜ਼ਿਆਦਾ ਮੋਟੀਵੇਟ ਕਰਨ ਵਾਸਤੇ ਕੀ ਖਾਸ ਉਪਰਾਲੇ ਜਿਹੜੇ ਉਹ ਕੀਤੇ ਗਏ? ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਰਿਵੀਜ਼ਨ ਇਲੈਕਟੋਰਲ ਰੋਲ ਦੀ ਰਿਵੀਜ਼ਨ ਦਾ ਪ੍ਰੋਸੈਸ ਕੋਡ ਆਫ ਕੰਡਕਟ ਅਨਾਉਂਸ ਹੋਣ ਤੋਂ ਪਹਿਲਾਂ ਚੱਲਿਆ ਹੈਗਾ। ਇਹਦੇ ਵਿੱਚ ਅਸੀਂ ਜਿਹੜੇ ਵੀ ਜ਼ਿਲ੍ਹੇ ਦੇ ਵਿੱਚ ਕਾਲਜਸ ਸੀਗੇ, ਕਿਉਂਕਿ ਜਿਹੜੇ 18 ਤੋਂ 19 ਬੱਚੇ ਮੋਸਟਲੀ ਕਾਲਜਸ ਦੇ ਵਿੱਚ ਹੁੰਦੇ ਆ, ਅਸੀਂ ਉੱਥੇ ਰੀਚ ਆਊਟ ਕੀਤਾ, ਉਹਨਾਂ ਦੇ ਨਾਲ ਟਾਈ ਅਪਸ ਕੀਤਾ, ਉਹਨਾਂ ਸਾਰਿਆਂ ਦੀਆਂ ਵੋਟਾਂ ਬਣਾਈਆਂ ਹੈਗੀਆਂ। ਇਸ ਤੋਂ ਇਲਾਵਾ ਅਸੀਂ ਸਵੀਪ ਐਕਟੀਵਿਟੀਜ਼ ਦੇ ਅੰਡਰ ਅਸੀਂ ਕਾਲਜ ਦੇ ਵਿੱਚ ਵੱਖ-ਵੱਖ ਪ੍ਰਤੀਯੋਗਿਤਾਵਾਂ ਕਰਵਾਈਆਂ, ਜਿਵੇਂ ਕਿ ਪੋਸਟਰ ਮੇਕਿੰਗ, ਡਿਬੇਟਸ ਕਰਵਾਈਆਂ, ਡਿਕਲੇਮੇਸ਼ਨ ਕਰਾਏ, ਪਲੇਸ ਕਰਵਾਏ, ਤਾਂ ਕਿ ਜਿਹੜੇ ਬੱਚੇ ਹੁਣ 18 ਸਾਲ ਦੇ ਹੋਏ ਹੈਗੇ ਜਿਨ੍ਹਾਂ ਜੋ ਐਲੀਜੀਬਲ ਹੈਗੇ ਆ ਵੋਟ ਬਣਨ ਦੇ, ਉਹਨਾਂ ਤੱਕ ਅਸੀਂ ਪਹੁੰਚ ਸਕੀਏ ਤੇ ਉਹਨਾਂ ਨੂੰ ਨਾ ਕਿ ਸਿਰਫ ਵੋਟ ਬਣਾਉਣ ਦੇ ਲਈ ਤੇ ਵੋਟ ਪਾਉਣ ਦੇ ਲਈ ਵੀ ਇਵੈਂਚੁਅਲੀ ਮੋਟੀਵੇਟ ਕਰ ਸਕੀਏ। ਇਹਦੇ ਉੱਤੇ ਕਾਫੀ ਕੰਮ ਹੋਇਆ ਹੈ ਤੇ ਕੰਮ ਹੁਣ ਵੀ ਇਸ ਟਾਈਮ ਜਾਰੀ ਹੈਗਾ। ਸੋ ਕਿਉਂਕਿ ਭਾਰਤ ਇੱਕ ਯੁਵਾ ਕੰਟਰੀ ਹੈ, ਅਗਰ ਅਸੀਂ ਕਹਿ ਸਕੀਏ, ਸਾਡੇ ਬਹੁਤ ਸਾਰੇ ਲੋਕ ਜਿਹੜੇ ਹੈ ਉਹ ਯੰਗ ਏਜ ਦੇ ਵਿੱਚ ਆਉਂਦੇ ਆ। ਸੋ ਲੋਕਤੰਤਰ ਦੇ ਵਿੱਚ ਇਹਨਾਂ ਦੀ ਭੂਮਿਕਾ ਬਹੁਤ ਅਹਿਮ ਹੋ ਜਾਂਦੀ ਹੈ ਔਰ ਜਿਹੜੇ ਫਸਟ ਟਾਈਮ ਵੋਟਰਸ ਹੈ ਖਾਸ ਕਰਕੇ ਉਹਨਾਂ ਵਿੱਚ ਇੱਕ ਨਵਾਂ ਉਤਸ਼ਾਹ ਹੁੰਦਾ ਹੈ। ਸੋ ਸਰਕਾਰ ਵੱਲੋਂ ਪ੍ਰਸ਼ਾਸਨ ਵੱਲੋਂ ਬਹੁਤ ਜ਼ਿਆਦਾ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਕਿ ਉਹਨਾਂ ਦੀ ਭਾਗੀਦਾਰੀ ਜਿਹੜੀ ਅਹਿਮ ਹੋ ਸਕੇ। ਮੈਂ ਸੰਧੂ ਜੀ ਤੁਹਾਡੇ ਕੋਲੋਂ ਕਿ ਅਕਸਰ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਪਿਛਲਾ ਟ੍ਰੈਂਡ ਹੈ ਕਿ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਚੋਣ ਦੇ ਦਿਨ ਨੂੰ ਇੱਕ ਹੌਲੀਡੇ ਦੇ ਤੌਰ ਦੇ ਉੱਤੇ ਵੀ ਅਸੀਂ ਦੇਖਦੇ ਹਾਂ ਕਈ ਵਾਰੀ ਉਹ ਮਨਾ ਲੈਂਦੇ ਆ ਔਰ ਉਹ ਚੋਣ ਪ੍ਰਕਿਰਿਆ ਵਿੱਚ ਆਪਣੀ ਅਹਿਮ ਭੂਮਿਕਾ ਨਹੀਂ ਨਿਭਾਉਂਦੇ। ਸੋ ਇਹਨਾਂ ਲੋਕਾਂ ਵਾਸਤੇ, ਇਹਨਾਂ ਵੋਟਰ ਵਾਸਤੇ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਹੋ? ਡੈਮੋਕ੍ਰੇਸੀ ਦੇ ਵਿੱਚ ਵੋਟਰ ਨੂੰ ਖੁਦ ਹੀ ਜਾਗਰੂਕ ਹੋਣਾ ਪਏਗਾ। ਜੇ ਤੁਸੀਂ ਇਸ ਦਿਨ ਨੂੰ ਇੱਕ ਛੁੱਟੀ ਦੇ ਤੌਰ ਤੇ ਬਣਾਓਗੇ, ਤੁਹਾਡਾ ਆਪਣਾ ਹੀ ਨੁਕਸਾਨ ਹੈ, ਆਪਣੀ ਆਉਣ ਵਾਲੀ ਪੀੜ੍ਹੀ ਦਾ ਨੁਕਸਾਨ ਹੈ। ਤੁਸੀਂ ਜੇ ਅੱਗੇ ਹੋ ਕੇ ਵੋਟ ਪਾਓਗੇ ਨਹੀਂ, ਤੁਹਾਡੇ ਕੋਲ ਕੋਈ ਅਧਿਕਾਰ ਨਹੀਂ ਹੈ ਕਹਿਣ ਦਾ ਕਿ ਮਾੜੀ ਸਰਕਾਰ ਹੈ, ਮਾੜੇ ਕੰਮ ਕਰ ਰਹੀ ਹੈ, ਬੜੇ ਮਾੜੇ ਬੰਦੇ ਚੁਣ ਕੇ ਇੱਥੇ ਤੱਕ ਆ ਗਏ ਆ। ਇੱਕ ਵੋਟ ਕੀਮਤੀ ਹੈ, ਕਿਉਂਕਿ ਕਈ ਤੁਸੀਂ ਇਲੈਕਸ਼ਨ ਚੁੱਕ ਕੇ ਦੇਖ ਲਓ ਪਿਛਲੇ ਰਿਜ਼ਲਟ, ਉਹਦੇ ਤੁਹਾਨੂੰ ਪਤਾ ਲੱਗੇਗਾ। ਕਿਸੇ ਜਗ੍ਹਾ 'ਤੇ ਸਾਡੇ ਆਸ-ਪਾਸ ਹੀ ਜ਼ਿਆਦਾ ਦੂਰ ਜਾਣ ਦੀ ਲੋੜ ਨਹੀਂ, ਕਿਤੇ ਕੋਈ 10 ਵੋਟਾਂ ਤੋਂ ਜਿੱਤਿਆ, ਕੋਈ 5 ਵੋਟਾਂ ਤੋਂ ਜਿੱਤਿਆ, ਕਈ ਜਗ੍ਹਾ 'ਤੇ 1 ਵੋਟ ਤੋਂ ਵੀ ਜਿੱਤਿਆ ਹੋਇਆ। ਬੜੇ ਵੱਡੇ ਕੈਂਡੀਡੇਟ ਦੇਸ਼ 'ਚ ਬੜੇ ਵੱਡੇ ਇਲੈਕਸ਼ਨਸ ਦੇ ਵਿੱਚ ਇੱਕ ਵੋਟ ਦਾ ਵੀ ਫਰਕ ਪੈਂਦਾ। ਸੋ ਇਹਨੂੰ ਛੁੱਟੀ ਮਨਾਉਣ ਦੀ ਜਗ੍ਹਾ ਤੁਹਾਨੂੰ ਸਪੈਸ਼ਲੀ ਦਿੱਤੀ ਗਈ ਛੁੱਟੀ ਇਸੇ ਲਈ ਕਿਉਂਕਿ ਤੁਹਾਡੇ ਸਾਰੇ ਕੰਮ ਤੁਹਾਡੇ ਵੋਟ ਪਾਉਣ ਦੇ ਅਧਿਕਾਰ ਦੇ ਵਿੱਚ ਰੋਕ ਨਾ ਪਾਉਣ ਤੇ ਤੁਸੀਂ ਜਾ ਕੇ ਵੋਟ ਉੱਤੇ ਕਾਸਟ ਕਰੋ। ਜੇ ਤੁਸੀਂ ਜਾਣਾ ਚਾਹੁੰਦੇ ਹੋ ਵੋਟ ਕਾਸਟ ਕਰਨ, ਸਭ ਤੋਂ ਪਹਿਲਾਂ ਜਾਓ, ਪਹਿਲੇ ਆਓ ਪਹਿਲੇ ਪਾਓ ਵਾਲਾ ਸੰਵਿਧਾਨ ਵਾਲਾ ਤਰੀਕਾ ਅਪਣਾਓ। ਟਾਈਮ ਤੇ ਜਾਓ ਤੇ ਤੁਹਾਡੀ ਵਾਰੀ ਟਾਈਮ ਤੇ ਆ ਜਾਏਗੀ। ਕੋਈ ਇੰਨੀ ਵੱਡੀ ਗੱਲ ਨਹੀਂ ਹੈਗੀ, ਸਾਰੇ ਕੰਮ ਇੰਪੋਰਟੈਂਟ ਨੇ। ਇਹ ਸਭ ਤੋਂ ਇੰਪੋਰਟੈਂਟ ਹੈ ਕਿਉਂਕਿ ਤੁਹਾਡਾ ਸਾਰਾ ਜੀਵਨ, ਤੁਹਾਡੇ ਸਾਰਾ ਫਿਊਚਰ ਬੱਚਿਆਂ ਦਾ, ਆਸ-ਪਾਸ ਦਾ ਇਹਦੇ ਤੇ ਡਿਪੈਂਡੈਂਟ ਹੈ। ਜੇ ਮਾੜਾ ਬੰਦਾ ਚੁਣ ਕੇ ਆ ਗਿਆ, ਅਗਲੇ 5 ਸਾਲ ਤੁਹਾਡਾ ਹੀ ਨੁਕਸਾਨ ਹੋਏਗਾ। ਜੀ, ਸੋ ਬਹੁਤ ਅਹਿਮ ਜਿਹੜੀ ਗੱਲ ਹੈ ਕਿ ਅਸੀਂ ਆਪਣਾ ਕੈਂਡੀਡੇਟ ਜਿਹੜਾ ਹੈ ਉਸ ਨੂੰ ਵਧੀਆ ਚੁਣਨਾ ਹੈ ਤਾਂ ਕਿ ਸਾਡੇ ਏਰੀਏ ਦਾ, ਸਾਡੇ ਇਲਾਕੇ ਦਾ ਔਰ ਸੂਬੇ ਦਾ ਔਰ ਦੇਸ਼ ਦਾ ਵਿਕਾਸ ਜਿਹੜਾ ਹੋ ਸਕੇ। ਸਰ, ਇਸ ਵਾਰ ਚੋਣ ਕਮਿਸ਼ਨ ਨੇ ਬਹੁਤ ਮਹੱਤਵਪੂਰਨ ਕਈ ਨਵੇਂ ਆਯਾਮ ਵੀ ਸਥਾਪਿਤ ਕੀਤੇ। ਖਾਸ ਕਰਕੇ ਇੱਕ ਜਿਹੜਾ ਹੈ ਕਿ ਅਸੀਂ ਨੋ ਯੋਰ ਕੈਂਡੀਡੇਟ, ਕਿ ਅਸੀਂ ਉਮੀਦਵਾਰ ਦੇ ਬਾਰੇ ਉਹਦਾ ਪ੍ਰੋਫਾਈਲ ਜਿਹੜਾ ਚੈੱਕ ਕਰ ਸਕਦੇ। ਸੋ ਇਹ ਕਿਸ ਤਰੀਕੇ ਨਾਲ ਸੰਭਵ ਹੈ? ਇਹਦੇ ਵਾਸਤੇ ਕੀ ਪ੍ਰਕਿਰਿਆ ਜਿਹੜੀ ਹੈ ਅਪਣਾਈ? ਜੀ ਦੇਖੋ, ਜਿਹੜਾ ਇਲੈਕਸ਼ਨ ਦਾ ਨੋਮੀਨੇਸ਼ਨ ਪ੍ਰੋਸੈਸ ਹੈਗਾ ਉਹ 25 ਤਰੀਕ ਨੂੰ ਸ਼ੁਰੂ ਹੋ ਰਿਹਾ ਹੈ ਜੀ, ਤੇ ਇਹ ਨੋਮੀਨੇਸ਼ਨ ਪ੍ਰੋਸੈਸ ਦੇ ਦੌਰਾਨ ਕੈਂਡੀਡੇਟ ਆਪਣਾ ਨੋਮੀਨੇਸ਼ਨ ਫਾਈਲ ਕਰਦਾ ਹੈ, ਉਸ ਦੇ ਨਾਲ ਹੀ ਇੱਕ ਐਫੀਡੇਵਿਟ ਫਾਈਲ ਕਰਦਾ ਹੈ ਜਿਹਦੇ ਵਿੱਚ ਉਹਦੀ ਪ੍ਰਾਪਰਟੀ ਰਿਲੇਟਡ, ਕ੍ਰਿਮੀਨਲ ਰਿਕਾਰਡਸ ਰਿਲੇਟਡ ਸਾਰੀ ਡਿਟੇਲ ਹੁੰਦੀ ਹੈ। ਇਹ ਜਿਹੜੀ ਡਿਟੇਲ ਜਦੋਂ ਨੋਮੀਨੇਸ਼ਨ ਦੇ ਟਾਈਮ ਕੈਂਡੀਡੇਟ ਸਬਮਿਟ ਕਰਦਾ ਹੈ, ਇਹ ਸਾਰੀ ਡਿਟੇਲ ਜਿਹੜੀ ਕੀ ਹੈਗੀ ਹੈ ਇਹ ਆਨਲਾਈਨ ਇਹਨੂੰ ਅਪਲੋਡ ਕੀਤਾ ਜਾਂਦਾ ਹੈ ਇਲੈਕਸ਼ਨ ਕਮਿਸ਼ਨ ਦੇ ਕੋਲ। ਤੇ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਜਾ ਕੇ affidavit.eci.gov.in ਹੈ, ਜਾਂ ਫਿਰ ਤੁਸੀਂ ਨਾਰਮਲੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਤੇ ਤੁਹਾਨੂੰ ਲਿੰਕ ਮਿਲ ਜਾਏਗਾ ਇਸ ਚੀਜ਼ ਦਾ, ਤੇ ਉੱਥੇ ਜਾ ਕੇ ਤੁਹਾਨੂੰ ਜਿੰਨੇ ਵੀ ਡਾਕੂਮੈਂਟਸ ਕੈਂਡੀਡੇਟ ਸਬਮਿਟ ਕਰਾਊਗਾ ਉਹ ਸਾਰੇ ਤੁਸੀਂ ਉੱਥੇ ਐਕਸੈਸ ਕਰਕੇ ਉਹਨੂੰ ਦੇਖ ਸਕਦੇ ਹੋ ਤੇ ਉਹਦੀ ਸਾਰੀ ਡਿਟੇਲਸ ਤੁਹਾਨੂੰ ਉੱਥੋਂ ਸਾਰੀ ਮਿਲ ਸਕਦੀ ਹੈ ਇੰਟਰਨੈਟ ਜੀ। ਸੋ ਸਾਨੂੰ ਆਪਣੇ ਉਮੀਦਵਾਰ ਦਾ ਪ੍ਰੋਫਾਈਲ ਜਿਹੜਾ ਹੈ ਜ਼ਰੂਰ ਚੈੱਕ ਕਰਨਾ ਚਾਹੀਦਾ ਕਿ ਉਸ ਦੀ ਕੀ ਕੁਆਲੀਫਿਕੇਸ਼ਨ ਹੈ, ਕਿਸ ਤਰੀਕੇ ਦੇ ਨਾਲ ਉਸ ਨੇ ਸੋਸ਼ਲ ਵਰਕ ਕੀਤਾ ਹੈ, ਜਾਂ ਜੇ ਸਰ ਕਿਸੇ ਦੇ ਖਿਲਾਫ ਕੋਈ ਕ੍ਰਿਮੀਨਲ ਰਿਕਾਰਡ ਹੈ ਤਾਂ ਕੀ ਉਹ ਕੈਂਡੀਡੇਚਰ ਹੋ ਸਕਦਾ? ਜੇ ਹੋ ਸਕਦਾ ਤੇ ਉਹਦੇ ਬਾਰੇ ਕੀ ਪ੍ਰਕਿਰਿਆ ਜਿਹੜੀ ਹੈ ਉਹਦੇ ਬਾਰੇ ਵੀ ਥੋੜਾ ਜਿਹਾ ਮੈਂ ਸਰ ਉੱਪਰ ਸਰ ਤੁਹਾਡੇ ਕੋਲੋਂ। ਦੇਖੋ, ਜਿਹੜਾ ਵੀ ਡਿਟੇਲਸ ਹੈਗੀ ਆ ਉਹ ਸਕਰੂਟੀਨੀ ਪ੍ਰੋਸੈਸ ਫੋਲੋ ਹੁੰਦਾ ਹੈ ਜਿਹੜਾ ਕਿ 2 ਫੈਬ ਨੂੰ ਰੱਖਿਆ ਗਿਆ ਹੈ, ਤੇ ਕੰਸਰਨਡ ਰਿਟਰਨਿੰਗ ਆਫਿਸਰ ਇਹ ਸਕਰੂਟੀਨੀ ਪ੍ਰੋਸੈਸ ਕੈਰੀ ਆਊਟ ਕਰਦਾ ਹੈ। ਉਹਦੇ ਅਕੋਰਡਿੰਗ ਜੋ ਵੀ ਰੂਲਸ ਦੇ ਅਕੋਰਡਿੰਗ ਚੀਜ਼ ਹੁੰਦੀ ਹੈ ਉਸ ਟਾਈਮ
ਉਹਦੇ ਉੱਤੇ ਐਕਸ਼ਨ ਲਿੱਤਾ ਜਾਂਦਾ ਹੈ। ਜੀ ਸਰ, ਤੁਸੀਂ ਇਹਦੇ ਵਿੱਚ ਕੀ ਐਡ ਅਪ ਕਰਨਾ ਚਾਹੋਗੇ ਕਿ ਆਮ ਤੌਰ ਤੇ ਅਸੀਂ ਦੇਖਦੇ ਹਾਂ ਕਿ ਕਈ ਵਾਰੀ ਇਹੋ ਜਿਹੇ ਉਮੀਦਵਾਰ ਵੀ ਸਾਹਮਣੇ ਆ ਜਾਂਦੇ ਜਿਨ੍ਹਾਂ ਦੇ ਖਿਲਾਫ ਕੋਈ ਕ੍ਰਿਮੀਨਲ ਕੇਸਿਸ ਹੁੰਦੇ ਆ, ਸੋ ਇਹਨਾਂ ਨੂੰ ਅਸੀਂ ਕਿਸ ਤਰੀਕੇ ਨਾਲ ਦਰਕਿਨਾਰ ਕਰ ਸਕਦੇ ਜਾਂ ਵੋਟਰਸ ਨੂੰ ਤੁਸੀਂ ਕਿਸ ਤਰੀਕੇ ਨਾਲ ਇਹਦੇ ਵਿੱਚ ਖਾਸ ਕਰਕੇ ਹਿਦਾਇਤ ਕਰਨਾ ਚਾਹੋਗੇ? ਨੋ ਯੂਰ ਕੈਂਡੀਡੇਟ ਤੋਂ ਇਹ ਸਭ ਕੁਝ ਪਤਾ ਲੱਗ ਸਕਦਾ ਕਿ ਉਹਦੇ ਖਿਲਾਫ ਕਿਹੜੀ ਕ੍ਰਿਮੀਨਲ ਐਕਟੀਵਿਟੀ ਚੱਲ ਰਹੀ ਹੈ ਜਾਂ ਕੇਸ ਚੱਲ ਰਹੇ ਨੇ। ਸੰਵਿਧਾਨ ਦੇ ਅਨੁਸਾਰ ਤੇ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਦੇ ਅਨੁਸਾਰ ਜਿਹੜੇ ਵੀ ਬੰਦੇ ਨੂੰ ਕਿਸੇ ਕੇਸ ਵਿੱਚ ਸਜ਼ਾ ਨਹੀਂ ਹੋਈ ਹੋਏ, ਕੇਸ ਚੱਲ ਰਿਹਾ, FIR ਦਰਜ ਹੋਣ ਤੋਂ ਬਾਅਦ, ਚਲਾਨ ਪੇਸ਼ ਹੋਣ ਤੋਂ ਬਾਅਦ, ਤਦ ਤੱਕ ਉਹ ਨਿਰਦੋਸ਼ ਹੈ, ਉਹ ਇਲੈਕਸ਼ਨ ਕੰਟੈਸਟ ਕਰ ਸਕਦਾ। ਜੇ ਕਿਸੇ ਨੂੰ ਸਜ਼ਾ ਹੋਈ ਹੈ, ਉਸ ਤੋਂ ਬਾਅਦ ਅਪੀਲ 'ਚ ਗਿਆ, ਅਪੀਲ 'ਚ ਸਜ਼ਾ ਸਸਪੈਂਡ ਕਰ ਦਿੱਤੀ ਗਈ ਹੈ, ਤਾਂ ਵੀ ਉਹ ਇਲੈਕਸ਼ਨ ਕੰਟੈਸਟ ਕਰ ਸਕਦਾ। ਸੋ ਤੁਸੀਂ ਇਹ ਦੇਖਣਾ ਕਿ ਨੇਚਰ ਆਫ ਅਫੈਂਸ ਕੀ ਹੈ। ਜੇ ਕੋਈ ਐਕਸੀਡੈਂਟ ਦੇ ਕੇਸ 'ਚ ਇਨਵੋਲਵ ਹੈ, ਐਕਸੀਡੈਂਟ ਤਾਂ ਕਿਸੇ ਕੋ ਵੀ ਹੋ ਸਕਦਾ, ਉਹ ਕੋਈ ਵੱਡੀ ਗੱਲ ਨਹੀਂ। ਤੇ ਜੇ ਕੋਈ ਕਿਡਨੈਪਿੰਗ, ਮਰਡਰ ਜਾਂ ਰੈਂਸਮ ਵਰਗੇ ਵੱਡੇ ਅਫੈਂਸ 'ਚ ਇਨਵੋਲਵ ਹੈ, ਇਹਦਾ ਮਤਲਬ ਕਿ ਉਹ ਬੰਦਾ ਤੁਹਾਡੇ ਲਈ ਠੀਕ ਨਹੀਂ। ਇਹੋ ਜਿਹੇ ਬੰਦੇ ਸਾਡੇ ਲੀਡਰ ਨਹੀਂ ਹੋਣੇ ਚਾਹੀਦੇ। ਇਸੇ ਲਈ ਇਹ ਪ੍ਰੋਸੈਸ ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੇ ਮੁਤਾਬਕ ਹੀ ਇਲੈਕਸ਼ਨ ਕਮਿਸ਼ਨ ਦੀ ਵੈਬਸਾਈਟ ਦੇ ਉੱਤੇ ਸਭ ਕੁਝ ਹੁਣ ਅਪਲੋਡ ਹੋਣਾ ਸ਼ੁਰੂ ਹੋ ਗਿਆ, ਤਾਂ ਕਿ ਤੁਸੀਂ ਬਾਅਦ 'ਚ ਇਹ ਨਾ ਕਹਿ ਸਕੋ ਸਾਨੂੰ ਤਾਂ ਪਤਾ ਹੀ ਨਹੀਂ ਸੀ ਬੰਦਾ ਬਹੁਤ ਮਾੜਾ। ਹੁਣ ਇਹ ਨਹੀਂ ਕਿਹਾ ਜਾ ਸਕਦਾ ਕਿ ਬੰਦਾ ਮਾੜਾ। ਇਹ ਇਨਫੋਰਮੇਸ਼ਨ ਦਾ ਯੁੱਗ ਹੈ, ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਯੁੱਗ ਹੈ। ਤੁਸੀਂ ਲੱਭ ਕੇ ਜੋ ਵੀ ਵੈਬਸਾਈਟ ਤੋਂ ਉਹਦੇ ਬਾਰੇ ਪਤਾ ਕਰ ਸਕਦੇ ਹੋ, ਉਸ ਹਿਸਾਬ ਨਾਲ ਆਪਣਾ ਮਾਈਂਡ ਮੇਕਅਪ ਕਰ ਸਕਦੇ ਹੋ, ਤਾਂ ਕਿ ਦੇਸ਼ ਨੂੰ, ਸੂਬੇ ਨੂੰ ਇੱਕ ਸਹੀ ਕੈਂਡੀਡੇਟ ਮਿਲ ਸਕੇ ਜਿਹੜਾ ਡਿਜ਼ਰਵ ਕਰਦਾ। ਸੋ ਬੜੀ ਅਹਿਮ ਗੱਲ ਹੈ ਕਿ ਸਾਨੂੰ ਆਪਣੇ ਉਮੀਦਵਾਰ ਬਾਰੇ ਹਰ ਸੰਭਵ ਜਾਣਕਾਰੀ ਜਿਹੜੀ ਹੈ ਉਹ ਹਾਸਲ ਕਰਨੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਹੁਣ ਸਾਡੇ ਮਾਨਯੋਗ ਐਕਸਪਰਟ ਦੱਸ ਰਹੇ ਸੀਗੇ ਕਿ ਬਹੁਤ ਸਾਰੀ ਇਨਫੋਰਮੇਸ਼ਨ ਜਿਹੜੀ ਸੋਸ਼ਲ ਮੀਡੀਆ ਤੋਂ ਅਸੀਂ ਲੈ ਸਕਦੇ ਹਾਂ, ਆਫੀਸ਼ੀਅਲ ਵੈਬਸਾਈਟ ਜਿਹੜੀਆਂ ਚੋਣ ਕਮਿਸ਼ਨ ਦੀਆਂ ਉਹਨਾਂ ਉੱਤੇ ਵੀ ਇਹ ਜਾਣਕਾਰੀ ਉਪਲਬਧ ਹੋਏਗੀ। ਸਰ, ਚੂੰਕਿ ਚੋਣਾਂ ਵਿੱਚ ਹੁਣ ਅਸੀਂ ਦੇਖਦੇ ਹਾਂ ਬਹੁਤ ਸਾਰਾ ਚੋਣ ਅਮਲਾ ਜਿਹੜਾ ਉਹ ਡਿਊਟੀਆਂ ਦੇ ਉੱਤੇ ਲੱਗੇਗਾ, ਔਰ ਇਹ ਸਾਰੇ ਉਮੀਦਵਾਰ ਆਪਣੀ ਵੋਟ ਦਾ ਕਿਸ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ, ਔਰ ਕਿਹੜੇ ਹੋਰ ਵਰਗ ਨੂੰ ਚੋਣ ਕਮਿਸ਼ਨ ਨੇ ਇਸ ਵਾਰ ਪੋਸਟਲ ਜਿਹੜਾ ਵੋਟ ਦਾ ਹੱਕ ਦਿੱਤਾ ਹੈ, ਉਹ ਕਿਸ ਤਰੀਕੇ ਨਾਲ ਸੰਭਵ ਹੋਏਗਾ? ਉਹ ਵੀ ਦੇਖੋ, ਵੱਖ-ਵੱਖ ਕੈਟਾਗਰੀਜ਼ ਹੈਗੀਆਂ ਜੀ। ਇੱਕ ਆਪਾਂ ਜੇ ਗੱਲ ਸ਼ੁਰੂ ਕਰੀਏ, ਪਹਿਲੀ ਕੈਟਾਗਰੀ ਮੈਂ ਦੱਸਾਂਗਾ ਜਿਹੜੇ ਕਿ ਐਬਸੈਂਟੀ ਵੋਟਰਸ ਹੁੰਦੇ। ਐਬਸੈਂਟੀ ਵੋਟਰਸ ਹੋ ਗਏ ਜਿਹੜੇ ਬੇਸਿਕਲੀ ਕਿਸੇ ਕੰਡੀਸ਼ਨ ਕਰਕੇ ਉਹ ਬੂਥ ਤੇ ਆ ਕੇ ਵੋਟ ਨਹੀਂ ਪਾ ਸਕਦੇ, ਜਿਵੇਂ ਕਿ ਮੰਨ ਲਓ 올ਡ ਏਜ ਹੋ ਗਏ, 80+ ਹੋ ਗਏ, PWD ਜਿਨ੍ਹਾਂ ਦੀ ਡਿਸੇਬਿਲਿਟੀ ਵੱਧ ਹੈਗੀ ਹੈ, ਜਿਹੜੀ ਕੰਡੀਸ਼ਨ 40% ਦੀ ਰੱਖੀ ਗਈ ਹੈਗੀ ਹੈ। ਤੇ ਇਸ ਤੋਂ ਇਲਾਵਾ ਜਿਹੜੇ ਪਰਸਨਸ ਹੋਰ ਕਿਸੇ ਤਰੀਕੇ ਨਾਲ, ਜਾਂ ਮੰਨ ਲਓ ਕੋਵਿਡ ਦੇ ਕਰਕੇ ਦੇ ਕੈਨ ਨਾਟ ਕਮ ਐਂਡ ਕਾਸਟ देयर ਵੋਟਸ, ਉਹਨਾਂ ਦੇ ਲਈ ਪੋਸਟਲ ਬੈਲਟ ਦੀ ਫੈਸਿਲਿਟੀ ਹੈਗੀ ਹੈ। ਇਸ ਤੋਂ ਇਲਾਵਾ ਜਿਹੜੇ ਕਿ ਆਪਣੀ ਐਸੈਂਸ਼ੀਅਲ ਸਰਵਿਸਿਜ਼ ਦੇ ਵਿੱਚ ਆਪਣੇ EMPLOYEES ਲੱਗੇ ਹੋਏ ਹੈਗੇ ਹੈ, ਤੇ ਉਹਨਾਂ ਦੇ ਲਈ ਪੋਸਟਲ ਬੈਲਟ ਦੀ ਫੈਸਿਲਿਟੀ ਹੈ। ਤੇ ਉਸ ਤੋਂ ਇਲਾਵਾ ਜਿਵੇਂ ਕਿ ਸਰਵਿਸ ਵੋਟਰਸ ਦੇ ਲਈ ਪੋਸਟਲ ਬੈਲਟ ਦਿੱਤਾ ਜਾਂਦਾ ਹੈ, ਉਹ ਸਰਵਿਸ ਵੀ ਅਵੇਲੇਬਲ ਹੈਗੀ ਹੈ। ਜਿਹੜੇ ਕਿ ਆਪਣੇ ਸਰਵਿਸ ਵੋਟਰਸ ਹੈਗੇ ਹੈ, ਜਿਵੇਂ ਫੋਰ ਐਗਜ਼ਾਮਪਲ ਆਰਮਡ ਫੋਰਸਿਸ ਦੇ ਵਿੱਚ ਕੋਈ ਨੌਕਰੀ ਕਰ ਰਿਹਾ ਹੈ, ਕਿਤੇ ਹੋਰ ਪੋਸਟਿੰਗ ਉਹਦੀ ਹੈਗੀ ਹੈ, ਤੇ ਉਹ ETBPS ਪੋਰਟਲ ਹੈਗਾ, ਉਹਨਾਂ ਦੇ ਵਿੱਚ ਉਹਨਾਂ ਨੂੰ ਇਲੈਕਟ੍ਰੋਨਿਕਲੀ ਉਹਨਾਂ ਦੀ ਪੋਸਟਲ ਬੈਲਟ ਭੇਜਤਾ ਜਾਏਗਾ, ਤੇ ਥਰੂ ਪੋਸਟ ਉਹ ਵਾਪਸ ਸਾਨੂੰ ਆਪਣਾ ਵੋਟ ਕਾਸਟ ਕਰ ਸਕਦੇ ਹੈ। ਜਿਹੜੇ ਕਿ ਆਪਣੇ ਦੂਜੇ ਵੋਟਰਸ ਹੋ ਗਏ, ਜਿਨ੍ਹਾਂ ਨੂੰ ਜਿਵੇਂ ਕਿ ਆਪਣੇ ਐਬਸੈਂਟੀ ਵੋਟਰਸ ਹੋ ਗਏ, ਉਹਨਾਂ ਨੂੰ ਐਟ देयर ਹੋਮਸ ਓਨਲੀ ਇਹ ਫੈਸਿਲਿਟੀ ਪ੍ਰੋਵਾਈਡ ਕੀਤੀ ਜਾਏਗੀ। ਤੇ ਉਸ ਤੋਂ ਬਾਅਦ ਜਿਹੜੇ ਤੁਹਾਡੇ ਸਪੈਸ਼ਲ ਜਿਹੜੇ ਕਿ ਐਮਰਜੈਂਸੀ ਸਰਵਿਸਿਜ਼ ਦੇ ਵਿੱਚ ਹੈਗੇ ਹੈ, ਤੇ ਉਹ ਉਹਨਾਂ ਲਈ ਸਪੈਸ਼ਲ ਕੈਂਪਸ ਆਰਗੇਨਾਈਜ਼ ਕੀਤੇ ਜਾਣਗੇ। ਸੋ ਬੜਾ ਮਹੱਤਵਪੂਰਨ ਹੈ ਕਿ ਪ੍ਰਸ਼ਾਸਨ ਜਿਹੜਾ ਹੈ ਹਰ ਵੋਟਰ ਜਿਹੜਾ ਹੈ ਉਸ ਦੀ ਵੋਟ ਦੀ ਕੀਮਤ ਜਾਣਦਾ ਹੈ, ਔਰ ਉਸ ਦੀ ਭਾਗੀਦਾਰੀ ਜਿਹੜੀ, ਸ਼ਮੂਲੀਅਤ ਜਿਹੜੀ ਹੈ, ਉਸ ਨੂੰ ਯਕੀਨੀ ਬਣਾਉਣ ਵਾਸਤੇ ਪੋਸਟਲ ਬੈਲਟ ਔਰ ਅਲੱਗ-ਅਲੱਗ ਕੈਟਾਗਰੀ ਜਿਹੜੀਆਂ, ਕੋਈ ਜਿਸ ਤਰ੍ਹਾਂ ਕੋਵਿਡ ਦਾ ਸਮਾਂ ਚੱਲ ਰਿਹਾ ਸਰ ਨੇ ਦੱਸਿਆ। ਮੈਂ ਸਰ ਤੁਹਾਡੇ ਕੋਲੋਂ ਕਿ ਇਸ ਵਾਰ 40 ਲੱਖ ਦੀ ਸੀਮਾ ਜਿਹੜੀ ਖਰਚ ਦੀ ਰੱਖੀ ਗਈ ਹੈ, ਇਹ ਕਿੰਨੀ ਕੁ ਵਿਹਾਰਿਕ ਰਕਮ ਹੈ, ਔਰ ਕਿਸ ਤਰੀਕੇ ਦੇ ਨਾਲ ਜਿਹੜੇ ਅਸੀਂ ਦੇਖਦੇ ਕੈਂਡੀਡੇਟਸ ਇਸ ਨੂੰ ਸਪੈਂਡ ਕਰਦੇ, ਔਰ ਜਿਹੜੇ ਇਹਦੇ ਵਿੱਚ ਕੀ ਤੁਸੀਂ ਮਹਿਸੂਸ ਕਰਦੇ ਹੋਰ ਹੋ ਸਕਦਾ? ਸਰ, ਇਹ ਬਿਲਕੁਲ ਵਿਹਾਰਕ ਹੈ। 40 ਲੱਖ ਬਹੁਤ ਜ਼ਿਆਦਾ। ਜਦੋਂ ਆਜ਼ਾਦੀ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ ਬਹੁਤ ਘੱਟ ਸੀ। ਅੱਜ ਤੋਂ ਕੁਝ ਸਾਲ ਪਹਿਲਾਂ ਚਲੇ ਜਾਓ, 12-15 ਸਾਲ ਪਹਿਲਾਂ ਬਹੁਤ ਘੱਟ ਸੀ। ਸੋ ਇਹਦੇ 'ਚ ਲੋੜ ਵੀ ਹੈ ਨਹੀਂ ਜੀ, ਕਿਉਂਕਿ ਤੁਸੀਂ ਜੇ ਪੈਸੇ ਦੇ ਨਾਲ ਹੀ ਸਾਰੇ ਲੋਕਾਂ ਨੂੰ ਨਾਲ ਜੋੜਨਾ ਤੇ ਲੀਡਰਸ਼ਿਪ ਤਾਂ ਕੋਈ ਰਹੀ ਨਹੀਂ ਜੀ। ਸੋ ਆਪਣੇ ਅੱਛੇ ਕੰਮਾਂ ਦੇ ਨਾਲ, ਆਪਣੀ ਐਫਰਟਸ ਦੇ ਨਾਲ ਘਰ ਘਰ ਜਾ ਕੇ ਆਪਣੀਆਂ ਪਾਲਿਸੀਜ਼ ਦਾ ਪ੍ਰਚਾਰ ਕਰਕੇ, ਆਪਣੀ ਪਾਰਟੀ ਦੀ ਪਾਲਿਸੀ ਦਾ ਪ੍ਰਚਾਰ ਕਰਕੇ, ਅੱਜ ਕੱਲ੍ਹ ਤਾਂ ਕੋਈ ਲੋੜ ਹੈ ਹੀ ਨਹੀਂ, ਬਿਕੋਜ਼ ਇੱਕ ਤਾਂ ਕੋਵਿਡ ਦਾ ਸੀਜ਼ਨ ਹੈ। ਸੈਕੰਡਲੀ ਤੁਸੀਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਥਰੂ ਹਰ ਜਗ੍ਹਾ ਪਹੁੰਚ ਸਕਦੇ ਹੋ। ਤੁਸੀਂ ਆਪਣੇ ਪ੍ਰਚਾਰ ਕੀਤਾ ਜਾ ਸਕਦਾ ਕਿ ਬੜੇ ਆਰਾਮ ਨਾਲ ਕੀਤਾ ਜਾ ਸਕਦਾ। ਉਹਦੇ 'ਚ ਐਸੀ ਕੋਈ ਗੱਲ ਤਾਂ ਹੈ ਹੀ ਨਹੀਂ ਕਿ ਵਿਵਹਾਰਿਕਤਾ ਨਹੀਂ ਹੈ, ਵਿਵਹਾਰਿਕਤਾ ਪੂਰੀ ਹੈ। 40 ਲੱਖ ਵੀ ਕਾਫੀ ਰਕਮ ਹੈ, ਇਹਦੇ ਵਿੱਚ ਹੀ ਇਲੈਕਸ਼ਨ ਬਹੁਤ ਸੋਹਣਾ ਕੰਟੈਸਟ ਕੀਤਾ ਜਾ ਸਕਦਾ। ਇਹ ਇੱਦਾਂ ਦੀ ਗੱਲ ਤਾਂ ਹੈ ਨਹੀਂ ਕਿ ਅਸੀਂ ਜੀ ਸਾਰਿਆਂ ਨੂੰ ਖਰੀਦ ਕੇ ਹੀ ਵੋਟ ਪਵਾਉਣੀ ਹੈ। ਇਟ ਡਜ਼ਨਟ ਮੈਟਰ। ਡੈਮੋਕ੍ਰੇਸੀ ਦੇ ਵਿੱਚ ਇਸ ਤੋਂ ਵੀ ਘੱਟ ਹੋਣਾ ਚਾਹੀਦਾ
ਬਿਲਕੁਲ ਠੀਕ ਹੈ, ਇਹ ਵਿਵਹਾਰਕ ਹੈ, ਬਿਲਕੁਲ ਵਿਵਹਾਰਕ ਹੈ। ਸਰ ਇਸ ਨੂੰ ਇਲੈਕਸ਼ਨ ਹੋਰ ਪਾਰਦਰਸ਼ੀ ਕਰਨ ਵਾਸਤੇ ਸਰਕਾਰ ਨੇ, ਚੋਣ ਕਮਿਸ਼ਨ ਨੇ ਵੀਵੀਪੈਟ ਦਾ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ। ਸੋ ਵੀਵੀਪੈਟ ਕੀ ਹੈ ਔਰ ਇਹ ਕਿਸ ਤਰੀਕੇ ਦੇ ਨਾਲ ਹੋਰ ਜ਼ਿਆਦਾ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਕਰਦਾ ਹੈ? ਜਿਹੜਾ ਵੀਵੀਪੈਟ ਹੈਗਾ, ਇਹ ਜੇ ਆਪਾਂ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ, ਇਹ ਜਿਹੜੀ ਇਲੈਕਟ੍ਰੋਨਿਕ VOTING ਮਸ਼ੀਨ ਦਾ ਇੱਕ ਹਿੱਸਾ ਹੈ ਜੀ। ਟੈਕਨੀਕਲੀ ਇਲੈਕਟ੍ਰੋਨਿਕ VOTING ਮਸ਼ੀਨ ਸੈਪਰੇਟ ਹੁੰਦੀ ਹੈ ਤੇ ਵੀਵੀਪੈਟ ਸੈਪਰੇਟ ਮੰਨਿਆ ਜਾਂਦਾ ਹੈ। ਇਹਦਾ ਪ੍ਰੋਸੀਜਰ ਇਹ ਹੈ ਬੇਸਿਕਲੀ ਕਿ ਜਦੋਂ ਤੁਸੀਂ ਆਪਣਾ ਵੋਟ ਕਾਸਟ ਕੀਤਾ, ਵੀਵੀਪੈਟ ਦੇ ਵਿੱਚ ਜੇਕਰ ਜਿਹੜਾ ਵੋਟ ਤੁਸੀਂ ਕਾਸਟ ਕੀਤਾ ਹੈ EVM ਦੇ ਵਿੱਚ, ਉਹ ਇੱਕ ਸਲਿੱਪ ਜਨਰੇਟ ਹੋਏਗੀ ਜੀ। ਕੁਝ ਸੈਕਿੰਡਸ ਦੇ ਲਈ ਉਹ ਸਲਿੱਪ ਵਿਜ਼ੀਬਲ ਹੋਏਗੀ, ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਕਿ ਜਿਹੜਾ ਵੋਟ ਮੈਂ ਕਾਸਟ ਕੀਤਾ ਹੈ EVM ਤੇ ਉਹੀ ਸਲਿੱਪ ਤੇ ਆਇਆ ਹੈ ਕਿ ਨਹੀਂ ਜੀ। ਜੇਕਰ ਕਿਸੇ ਕਾਰਨਵਸ਼ ਜੇ ਨਹੀਂ ਹੋਇਆ ਤੇ ਉਹਦੇ ਵਿੱਚ ਵੀ ਪ੍ਰੋਵੀਜ਼ਨ ਹੈਗੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਕਿਸੇ ਮੈਂ ਹੋਰ ਨੂੰ ਵੋਟ ਪਾਇਆ ਤੇ ਉੱਥੇ ਕਿਸੇ ਹੋਰ ਦਾ ਆਇਆ, ਤੇ ਤੁਸੀਂ ਉਹਨੂੰ ਰੇਜ਼ ਕਰ ਸਕਦੇ ਹੋ ਆਪਣੇ ਜਿਹੜਾ ਪ੍ਰੀਸਾਈਡਿੰਗ ਆਫੀਸਰ ਦੇ ਹੈਗਾ। ਪਰ ਜਦ ਕਿ ਇਹ ਮਸ਼ੀਨਸ ਟੋਟਲੀ ਦੇ ਆਰ ਵੈਰੀ ਐਫੀਸ਼ੀਐਂਟ ਐਂਡ ਇਹੋ ਜੀ ਕੋਈ ਗੱਲ ਨਹੀਂ ਹੈਗੀ। ਇਹ ਪਬਲਿਕ ਦੇ ਲਈ ਹੋਰ ਟਰਾਂਸਪੇਰੈਂਸੀ ਜਨਰੇਟ ਕਰਨ ਦੇ ਲਈ ਇੱਕ ਉਪਰਾਲਾ ਹੈਗਾ ਜੀ। ਜਦ ਕਿ EVMs ਜਿਹੜੀਆਂ ਹੈਗੀਆਂ ਦੇ ਆਰ ਵੈਰੀ ਵੈਲ ਮੈਨੇਜਡ ਐਂਡ ਇਹੋ ਜੀ ਕੋਈ ਗੱਲ ਨਹੀਂ ਹੈ। ਸੋ ਪਰਚੀ ਜਿਹੜੀ ਹੈ ਇਸ ਦੇ ਨਾਲ ਡਿਸਪਲੇ ਹੋ ਜਾਏਗੀ ਔਰ ਹਰ ਵੋਟਰ ਜਿਹੜਾ ਆਪਣੀ ਵੋਟ ਨੂੰ ਚੈੱਕ ਕਰ ਸਕਦਾ ਕਿ ਉਸ ਦੀ ਵੋਟ ਜਿਹੜੀ ਹੈ ਜਿਸ ਉਮੀਦਵਾਰ ਨੂੰ ਉਹਨੇ ਪਾਈ ਹੈ ਉਸ ਨੂੰ ਹੀ ਪਈ ਹੈ। ਸਰ ਇਸ ਵਾਰ ਨੋਟਾਂ ਦਾ ਇਸਤੇਮਾਲ ਵੀ ਜਿਹੜਾ ਹੈ ਉਹ ਕੀਤਾ ਗਿਆ ਕਿ ਜਿਹੜੇ ਉਮੀਦਵਾਰ ਹੈ ਉਹਨਾਂ ਵਿੱਚੋਂ ਅਗਰ ਕੋਈ ਪਸੰਦ ਨਹੀਂ ਤਾਂ ਨੋਟਾ ਵੀ ਇਸਤੇਮਾਲ ਹੋ ਸਕਦਾ। ਸੋ ਇਹਦੇ ਬਾਰੇ ਥੋੜ੍ਹਾ ਜਿਹਾ ਕਿੰਨਾ ਕੁ ਸਹੀ ਹੈ ਔਰ ਕਿਸ ਤਰੀਕੇ ਨਾਲ ਚੱਲੇਗਾ? ਇਹ ਕਾਫੀ ਵਿਵਹਾਰਕ ਚੀਜ਼ ਹੈ। ਲੋਕਾਂ ਨੂੰ ਇਹ ਆਪਣਾ ਮਤ ਕਾਸਟ ਕਰਨ ਦਾ ਅਧਿਕਾਰ ਹੈ ਕਿ ਮੈਂ ਜਿਹੜੇ ਕੈਂਡੀਡੇਟ ਖੜੇ ਆ ਉਹਨਾਂ 'ਚੋਂ ਕਿਸੇ ਨੂੰ ਪਸੰਦ ਨਹੀਂ ਕਰਦਾ, ਪਰ ਡੈਮੋਕ੍ਰੇਸੀ ਲਈ ਠੀਕ ਗੱਲ ਨਹੀਂ ਹੈ, ਕਿਉਂਕਿ ਜਿੰਨਾ ਕੋਈ ਬੰਦਾ ਡੈਮੋਕ੍ਰੈਟਿਕ ਪ੍ਰੋਸੈਸ ਤੋਂ ਉਬ ਜਾਏਗਾ ਉਹੀ ਜ਼ਿਆਦਾਤਰ ਨੋਟਾਂ ਦਾ ਇਸਤੇਮਾਲ ਕਰੇਗਾ। ਉਮੀਦਵਾਰ ਤਾਂ ਕੋਈ ਨਾ ਕੋਈ ਚੁਣਨਾ ਹੀ ਹੈ। ਸੋ ਤੁਸੀਂ ਕੋਸ਼ਿਸ਼ ਕਰੋ ਕਿ ਜਿੰਨੇ ਉਮੀਦਵਾਰ ਨੇ ਉਹਦੇ ਵਿੱਚੋਂ ਬੈਸਟ ਪੋਸੀਬਲ ਕੈਂਡੀਡੇਟ ਨੂੰ ਚੁਣੋ, ਉਹਨੂੰ ਜਾਣ ਕੇ ਉਹਨੂੰ ਚੁਣੋ ਜਿਹੜਾ ਕਿ ਦੇਸ਼ ਨੂੰ, ਸੂਬੇ ਨੂੰ, ਤੁਹਾਡੇ ਹਲਕੇ ਨੂੰ, ਤੁਹਾਨੂੰ ਸਾਰਿਆਂ ਨੂੰ ਓਨੈਸਟੀ ਦੇ ਨਾਲ ਅੱਗੇ ਲਿਜਾ ਸਕੇ। ਡੈਮੋਕ੍ਰੇਸੀ ਇੱਦਾਂ ਹੀ ਸਰਵਾਈਵ ਕਰਦੀ ਹੈ। ਸੋ ਨੋਟਾਂ ਦਾ ਪ੍ਰੋਵੀਜ਼ਨ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਕਿ ਸਾਰੇ ਲੋਕ ਨੋਟਾਂ ਵੱਲ ਹੀ ਤੁਰ ਪੈਣਗੇ। ਬਹੁਤ ਘੱਟ ਲੋਕ ਨੇ ਜਿਹੜੇ ਅੱਜ ਤੱਕ ਨੋਟਾਂ ਵੱਲ ਤੁਰੇ ਨੇ। ਕਿਸੇ ਨਾ ਕਿਸੇ ਨੂੰ ਚੁਣਨ ਦੇ ਵਿੱਚ ਲੋਕਾਂ ਦਾ ਰੁਝਾਨ ਜ਼ਿਆਦਾ ਹੈ ਜੀ। ਸੋ ਕਿਤੇ ਨਾ ਕਿਤੇ ਸਾਨੂੰ ਉਮੀਦਵਾਰ ਜਿਹੜੇ ਹੈ ਬੈਸਟ ਚੁਣਨੇ ਚਾਹੀਦੇ। ਸਰ ਇਸ ਵਾਰ ਸੀ ਵਿਜ਼ਲ ਵੀ ਜਿਹੜਾ ਹੈ ਉਸ ਦਾ ਇਸਤੇਮਾਲ ਕੀਤਾ ਗਿਆ। ਸੋ ਕੀ ਹੈ ਸੀ ਵਿਜ਼ਲ ਔਰ ਕਿਸ ਤਰੀਕੇ ਨਾਲ? ਦੇਖੋ, ਸੀ ਵਿਜਿਲ ਇੱਕ ਐਪ ਹੈਗੀ ਹੈ ਜਿਹੜੀ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੁਆਰਾ ਬਣਾਈ ਗਈ ਹੈਗੀ ਹੈ ਜੀ। ਇਹ ਐਪ ਕੋਈ ਵੀ ਆਪਣਾ ਆਨਲਾਈਨ ਜਾ ਕੇ ਇਹਨੂੰ ਡਾਊਨਲੋਡ ਕਰ ਸਕਦਾ ਹੈ। ਇਸ ਐਪ ਦਾ ਪਰਪਸ ਇਹ ਹੈਗਾ ਕਿ ਇਹ ਜਿਹੜੀ ਐਪ ਹੈ ਇਹ ਪਾਵਰ ਪਬਲਿਕ ਦੇ ਹੱਥ 'ਚ ਦਿੰਦੀ ਹੈ ਕਿ ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਆਲੇ ਦੁਆਲੇ ਕੋਈ ਮਾਡਲ ਕੋਡ ਆਫ ਕੰਡਕਟ ਦੀ ਵਾਇਲੇਸ਼ਨ ਹੋਈ ਹੈ ਜਾਂ ਕਿਸੇ ਇਲੈਕਸ਼ਨ ਰੂਲ ਦੀ ਵਾਇਲੇਸ਼ਨ ਹੋਈ ਹੈ ਤੇ ਪਬਲਿਕ ਅਥਾਰਟੀਜ਼ ਨੂੰ ਡਾਇਰੈਕਟਲੀ ਉਸ ਐਪ ਰਾਹੀਂ ਉਹ ਰਿਪੋਰਟ ਕਰ ਸਕਦਾ ਹੈ। ਫੋਰ ਐਗਜ਼ਾਮਪਲ, ਤੁਹਾਨੂੰ ਲੱਗਦਾ ਹੈ ਕਿ ਕਿਸੇ ਪੋਲੀਟੀਕਲ ਪਾਰਟੀ ਦੀ ਵਿਦਆਊਟ ਐਨੀ ਪਰਮਿਸ਼ਨ ਕੋਈ ਰੈਲੀ ਲੱਗ ਰਹੀ ਹੈ ਜਾਂ ਫਿਰ ਕੋਈ ਪੋਸਟਰ ਲੱਗਿਆ ਹੋਇਆ ਹੈ, ਤੁਸੀਂ ਉਹਦੀ ਫੋਟੋ ਖਿੱਚ ਕੇ ਉਸ ਐਪ ਤੇ ਅਪਲੋਡ ਹੋ ਜਾਂਦੀ ਹੈ ਤੇ ਉਹ ਸਾਨੂੰ ਆ ਜਾਂਦਾ ਹੈ ਉਸ ਦਾ ਜਿਹੜੀ ਤੁਸੀਂ ਕੰਪਲੇਂਟ ਰੇਜ਼ ਕੀਤੀ ਹੈ ਤੇ ਵਿਦਿਨ 100 ਮਿੰਟਸ ਉਹਦਾ ਸੋਲੂਸ਼ਨ ਕੀਤਾ ਜਾਂਦਾ ਹੈ। ਸਾਡੀ ਫਲਾਈਂਗ ਸਕੁਆਡ ਟੀਮਸ ਬਣੀਆਂ ਹੋਈਆਂ ਨੇ। ਸਾਡੇ ਕਪੂਰਥਲੇ ਜਿਵੇਂ 4 ਕਨਸਟੀਟੂਐਂਸੀਜ਼ ਹੈਗੀਆਂ, ਚਾਰਾਂ ਦੇ ਵਿੱਚ 3 ਟੀਮਸ ਈਚ ਫੰਕਸ਼ਨਲ ਹੈਗੀਆਂ। ਉਹ ਟੀਮ ਉੱਥੇ ਮੌਕੇ ਤੇ ਪਹੁੰਚ ਕੇ ਉਹਦਾ ਰੈਜ਼ੋਲੂਸ਼ਨ ਕਰੇਗੀ ਤੇ 100 ਮਿੰਟਸ ਦੇ ਵਿੱਚ ਉਹਦੇ ਉੱਤੇ ਕਾਰਵਾਈ ਹੋ ਜਾਏਗੀ। ਇਸ ਤਰ੍ਹਾਂ ਨਾਲ ਇੱਕ ਬਹੁਤ ਹੀ ਵੱਡਾ ਇੰਪਾਵਰਿੰਗ ਟੂਲ ਹੈ ਜਿਹੜਾ ਇੱਕ ਆਮ ਸਿਟੀਜ਼ਨ ਦੇ ਹੱਥ ਬਹੁਤ ਜ਼ਿਆਦਾ ਪਾਵਰ ਦਿੰਦਾ ਹੈ ਕਿ ਆਪਣੇ ਜਿਹੜੇ ਇਲੈਕਸ਼ਨ ਜਿਹੜੇ ਪ੍ਰੋਸੈਸ ਚੱਲ ਰਿਹਾ ਹੈ ਉਹਦਾ ਤੁਸੀਂ ਆਪ ਹਿੱਸਾ ਬਣ ਸਕੋ। ਸੋ 100 ਮਿੰਟ ਦੇ ਵਿੱਚ ਹੀ ਤੁਹਾਡੀ ਸਮੱਸਿਆ ਦਾ ਸਮਾਧਾਨ ਕਰਨਾ। ਸੋ ਸੀ ਵਿਜ਼ਲ ਜਿਹੜਾ ਹੈ ਸਾਨੂੰ ਜਾਗਰੂਕ ਕਰਨ ਵਾਸਤੇ ਹੈ ਕਿ ਅਸੀਂ ਆਪਣੇ ਆਲੇ ਦੁਆਲੇ ਵੀ ਪੈਣੀ ਨਜ਼ਰ ਰੱਖਣੀ ਹੈ ਤਾਂ ਕਿ ਕਿਸੇ ਕਿਸਮ ਦਾ ਲੋਕਤੰਤਰ ਦੇ ਵਿੱਚ ਜਿਹੜਾ ਹੈ ਉਹ ਗੜਬੜ ਨਾ ਹੋ ਸਕੇ। ਸਰ ਅਕਸਰ ਅਸੀਂ ਦੇਖਦੇ ਹਾਂ ਕਿ ਲੋਕੀ ਸ਼ਰਾਬ ਜਾਂ ਕਿਸੇ ਹੋਰ ਪ੍ਰਲੋਭਨ ਦੇ ਵਿੱਚ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਕੈਂਡੀਡੇਟ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵੋਟਾਂ ਜਿਹੜੀਆਂ ਪ੍ਰਭਾਵਿਤ ਕਰਨ ਦੇ ਉਹਦੇ ਵਿੱਚ ਜੁਗਾੜ 'ਚ ਹੁੰਦੇ। ਸੋ ਵੋਟਰ ਨੂੰ ਕਿਸ ਤਰੀਕੇ ਦੇ ਨਾਲ ਸੁਚੇਤ ਰਹਿਣਾ ਚਾਹੀਦਾ ਔਰ ਖੁਦ ਵੀ ਲੋਕਤੰਤਰ ਦੇ ਵਿੱਚ ਬਚਣਾ ਚਾਹੀਦਾ? ਤੁਸੀਂ ਕਿਸ ਸੋ ਸ਼ਰਾਬ ਜਾਂ ਕਿਸੇ ਵੀ ਹੋਰ ਤਰ੍ਹਾਂ ਦੇ ਪ੍ਰਲੋਭਨ 'ਚ ਆ ਕੇ ਜਿਹੜਾ ਵੋਟ ਪਾਉਂਦਾ ਉਹ ਲੋਕਤੰਤਰ ਦਾ ਦੁਸ਼ਮਣ ਆ। ਉਹ ਸਿਰਫ ਆਪਣਾ ਨੁਕਸਾਨ ਨਹੀਂ ਕਰਦਾ, ਹੋਰ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਕਰਦਾ, ਪੂਰੇ ਹਲਕੇ ਦਾ, ਸੂਬੇ ਦਾ, ਦੇਸ਼ ਦਾ ਨੁਕਸਾਨ ਕਰਦਾ। ਹਰ ਇੱਕ ਨੂੰ ਆਪ ਹੀ ਜਾਗਰੂਕ ਹੋਣ ਦੀ ਲੋੜ ਹੈ। ਹਰ ਘਰ ਦੇ ਵਿੱਚ ਮਾਂ-ਬਾਪ ਆਪਣੇ ਬੱਚਿਆਂ ਨੂੰ ਜਾਗਰੂਕ ਕਰਕੇ ਰੱਖਣ, ਉਹਨਾਂ ਨੂੰ ਚੰਗੇ ਸੰਸਕਾਰ ਦੇਣ, ਉਹਨਾਂ ਨੂੰ ਇੱਦਾਂ ਦੀ ਪਿਰਤ ਨਾ ਪਾਉਣ ਦੇਣ, ਨਾ ਹੀ ਕਿਸੇ ਦੇ ਪਿੱਛੇ ਲੱਗਣ ਦੇਣ। ਸਿਰਫ ਤੇ ਸਿਰਫ ਇਹ ਦੇ ਕੇ ਵੋਟ ਪਾਓ ਕਿ ਸੰਬੰਧਿਤ ਬੰਦਾ ਤੁਹਾਡਾ, ਤੁਹਾਡੇ ਹਲਕੇ ਦਾ, ਤੁਹਾਡੀ ਸਟੇਟ ਦਾ, ਤੁਹਾਡੇ ਦੇਸ਼ ਦਾ ਕੋਈ ਚੰਗਾ ਭਲਾ ਕਰ ਸਕਦਾ। ਸਿਰਫ ਆਪਣਾ ਕੁਝ ਪਲ ਦਾ ਫਾਇਦਾ ਦੇਖਣ ਲਈ
ਸਾਰਿਆਂ ਦਾ ਕਈ ਸਾਲਾਂ ਤੱਕ ਨੁਕਸਾਨ ਨਾ ਕਰਾਓ। ਇਹ ਤਾਂ ਆਪਣੇ ਜ਼ਮੀਰ ਦੀ ਗੱਲ ਹੈ, ਹਰ ਬੰਦੇ ਨੂੰ ਆਪਣੇ ਜ਼ਮੀਰ ਦੇ ਹਿਸਾਬ ਨਾਲ ਜ਼ਮੀਰ ਨੂੰ ਜਗਾ ਕੇ ਹੀ ਇਹ ਸਾਰੇ ਕੰਮ ਕਰਨੇ ਚਾਹੀਦੇ ਆ। ਜਿਹੜਾ ਇਹੋ ਜਿਹੇ ਪ੍ਰਲੋਭਨ 'ਚ ਆਂਦਾ ਉਹ ਆਪਣਾ ਤੇ ਸਭ ਦਾ ਨੁਕਸਾਨ ਹੀ ਕਰਦਾ। ਇਹੋ ਜਿਹੇ ਪ੍ਰਲੋਭਨਾਂ 'ਚ ਨਹੀਂ ਆਉਣਾ ਚਾਹੀਦਾ। ਦੇਣ ਵਾਲੇ ਤਾਂ ਕੋਈ ਫਾਇਦਾ ਲੈ ਸਕਦੇ ਹਨ, ਪਰ ਤੁਸੀਂ ਜਿਹੜਾ ਉਹਨਾਂ ਨੂੰ ਵੋਟ ਇੱਦਾਂ ਪਾਉਂਦੇ ਹੋ ਉਹ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ। ਅਲਟੀਮੇਟਲੀ ਤੁਹਾਨੂੰ ਉਹਦਾ 10 ਗੁਣਾ 20 ਗੁਣਾ 50 ਗੁਣਾ ਨੁਕਸਾਨ ਹੀ ਹੋਣਾ। ਸਰ ਸੋਸ਼ਲ ਮੀਡੀਆ ਦਾ ਯੁੱਗ ਹੈ ਔਰ ਇਸ ਵੇਲੇ ਜ਼ਿਆਦਾ ਪ੍ਰਚਾਰ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਕੀਤਾ ਜਾ ਰਿਹਾ। ਸੋ ਸੋਸ਼ਲ ਮੀਡੀਆ 'ਤੇ ਕਿਸ ਤਰੀਕੇ ਨਾਲ ਨਜ਼ਰਸਾਨੀ ਕੀਤੀ ਜਾ ਸਕਦੀ ਹੈ ਔਰ ਪ੍ਰਿੰਟ ਮੀਡੀਆ ਦੇ ਉੱਤੇ ਪ੍ਰਸ਼ਾਸਨ ਕਿਸ ਤਰੀਕੇ ਨਾਲ ਨਜ਼ਰ ਰੱਖ ਰਿਹਾ, ਤਾਂ ਕਿ ਅਸੀਂ ਦੇਖਦੇ ਹਾਂ ਕਿ ਬਹੁਤ ਵਾਰੀ ਇਸ ਤਰੀਕੇ ਨਾਲ ਹੁੰਦਾ ਕਿ ਉਹ ਨਿਊਜ਼ ਜਿਹੜੀਆਂ ਫੇਕ ਨਿਊਜ਼ ਹੁੰਦੀਆਂ, ਸੋ ਉਹ ਇਹਨੂੰ ਚੈੱਕ ਕਰਨ ਵਾਸਤੇ ਪ੍ਰਸ਼ਾਸਨ ਵੱਲੋਂ ਕੀ ਖਾਸ ਉਪਰਾਲੇ? ਪ੍ਰਸ਼ਾਸਨ ਵੱਲੋਂ ਡਿਸਟ੍ਰਿਕਟ ਲੈਵਲ ਤੇ ਇੱਕ ਮੀਡੀਆ ਮੋਨੀਟਰਿੰਗ ਕਮੇਟੀ ਦਾ ਗਠਨ ਕੀਤਾ ਗਿਆ ਹੈ। ਆ ਜਿਹੜੀ ਕਮੇਟੀ ਹੈਗੀ ਹੈ ਇਹ ਆਪਣੇ ਟੀਵੀ ਨਿਊਜ਼, ਟੀਵੀ ਤੇ ਐਡਵਰਟਾਈਜ਼ਮੈਂਟਸ ਜੀ, ਉਸ ਤੋਂ ਇਲਾਵਾ ਤੁਹਾਡੇ ਪ੍ਰਿੰਟਡ ਜਿਹੜੇ ਨਿਊਜ਼ਪੇਪਰਸ ਹੈਗੇ ਆ ਉਹਨਾਂ ਦੇ ਵਿੱਚ, ਤੇ ਜਿਹੜਾ ਸੋਸ਼ਲ ਮੀਡੀਆ ਹੈਗਾ ਇਹਨਾਂ ਦੇ ਉੱਪਰ ਬਹੁਤ ਹੀ ਪੈਣੀ ਨਜ਼ਰ ਰੱਖਦਾ ਹੈ। ਜੇਕਰ ਕੋਈ ਵੀ ਉਹਨਾਂ ਦੇ ਉੱਪਰ ਨਿਊਜ਼ ਲੱਗੀ ਹੋਈ ਹੈ ਜਿਹੜੀ ਕਿ ਕੋਡ ਆਫ ਕੰਡਕਟ ਦੀ ਕੰਡੀਸ਼ਨਸ ਦੀ ਵਾਇਲੇਸ਼ਨ ਕਰਦੀ ਹੈ, ਮੰਨ ਲਓ ਕਿਸੇ ਤਰੀਕੇ ਨਾਲ ਕਾਸਟ ਜਾਂ ਕਮਿਊਨਲ ਜਾਂ ਕਿਸੇ ਤਰ੍ਹਾਂ ਦੀ ਹੋਰ ਟੈਨਸ਼ਨਸ ਜਾਂ ਹੋਰ ਇਮੋਸ਼ਨਸ ਨੂੰ ਇਨਸਾਈਟ ਕਰਦੀ ਹੈ, ਜਾਂ ਫਿਰ ਕੋਈ ਫੇਕ ਨਿਊਜ਼ ਕਿਤੇ ਅਖਬਾਰ 'ਚ ਜਾਂ ਕਿਤੇ ਟੀਵੀ 'ਚ ਸ਼ੋ ਕੀਤੀ ਗਈ ਹੈ, ਤੇ ਉਸੇ ਟਾਈਮ ਹੀ ਉਹਦਾ ਕੋਗਨੀਸੈਂਸ ਲੈਂਦੇ ਹੋਏ ਪਾਰਟੀ ਨੂੰ ਤੇ ਚੈਨਲ ਨੂੰ ਜਿਹੜਾ ਵੀ ਕੰਸਰਨਡ ਹੈਗਾ ਉਹਨਾਂ ਨੂੰ ਇਹ ਨੋਟਿਸ ਭੇਜਿਆ ਜਾਂਦਾ ਹੈ ਤੇ ਉਸ 'ਤੇ ਤੁਰੰਤ ਕਾਰਵਾਈ ਕੀਤੀ ਜਾਂਦੀ ਹੈ। ਚੂँਕਿ ਕੋਵਿਡ ਦਾ ਸਮਾਂ ਚੱਲ ਰਿਹਾ, ਸੋ ਇਸ ਵਾਰ ਮੈਂ ਉੱਪਰ ਸਰ ਤੁਹਾਡੇ ਕੋਲੋਂ ਜਾਣਨਾ ਚਾਹੂੰਗਾ ਕਿ ਕੁਝ ਖਾਸ ਪ੍ਰੀਕਾਸ਼ਨਸ ਇਸ ਵਾਰ ਵੋਟਾਂ ਨੂੰ ਲੈ ਕੇ ਵੀ ਕੀਤੀਆਂ ਗਈਆਂ, ਸੋ ਕੀ ਖਾਸ ਉਪਰਾਲੇ ਜਿਹੜੇ ਹੈ ਤਾਂ ਕਿ ਕੋਵਿਡ ਦੇ ਡਰ ਤੋਂ ਬਗੈਰ ਲੋਕੀ ਆਪਣੀ ਵੋਟ ਦਾ ਪ੍ਰਯੋਗ ਕਰ ਸਕਣ ਔਰ ਕਿਸ ਤਰੀਕੇ ਦੇ ਨਾਲ ਉਸ ਦਾ ਜਿਹੜਾ ਉਹਦੇ ਵਿੱਚ ਜਿਹੜਾ ਵੀ ਸਾਡਾ ਸਭ ਤੋਂ ਪਹਿਲਾਂ ਤਾਂ ਇਲੈਕਸ਼ਨ ਦਾ ਜਿਹੜਾ ਟਾਈਮ ਡਿਊਰੇਸ਼ਨ ਹੈ ਉਹ ਹਰ ਸਾਲ ਵਧਾਇਆ ਜਾਂਦਾ ਹੈ ਜੀ। ਉਸ ਤੋਂ ਇਲਾਵਾ ਤਾਂ ਕਿ ਲੋਕਾਂ ਨੂੰ ਜ਼ਿਆਦਾ ਟਾਈਮ ਸਲੋਟ ਮਿਲ ਸਕੇ ਆ ਕੇ ਆਪਣਾ ਵੋਟ ਪਾਉਣ ਦਾ ਆਪਣੀ ਕਨਵੀਨੀਅੰਸ ਦੇ ਹਿਸਾਬ ਨਾਲ। ਉਸ ਤੋਂ ਇਲਾਵਾ ਜਿਹੜਾ ਕਿ ਆਪਣੀ ਟੀਮਸ ਉੱਥੇ ਸਟੇਸ਼ਨਡ ਹੈਗੀਆਂ, ਜਿਹੜੀ ਆਪਣੀ ਪੋਲਿੰਗ ਪਾਰਟੀਜ਼ ਉੱਥੇ ਪ੍ਰੈਜ਼ੈਂਟ ਹੈਗੀਆਂ, ਦੇ ਵਿਲ ਇਨਸ਼ੋਰ ਕਿ ਜਿਹੜਾ ਕੋਵਿਡ ਦਾ ਪ੍ਰੋਟੋਕਾਲ ਹੈਗਾ ਉਹ ਸਾਰਾ ਦਾ ਸਾਰਾ ਉੱਥੇ ਫੋਲੋ ਕੀਤਾ ਜਾਏਗਾ। ਅਸੀਂ ਪੋਲਿੰਗ ਬੂਥਸ ਦੇ ਬਾਹਰ ਸਰਕਲਸ ਡਰਾ ਕੀਤੇ ਹੈਗੇ ਆ ਕਿ ਜਿਹੜੀ ਉੱਥੇ ਕਿਊਜ਼ ਲੱਗਦੀਆਂ ਹੈਗੀਆਂ ਇਹ ਉਹਨਾਂ ਦੇ ਸਰਕਲਸ ਦੇ ਹਿਸਾਬ ਨਾਲ ਰੱਖਣ, ਤਾਂ ਕਿ ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਉਹ ਮੇਨਟੇਨ ਉੱਥੇ ਕੀਤੀ ਜਾ ਸਕੇ। ਇਸ ਤੋਂ ਇਲਾਵਾ ਜੋ ਵੀ ਵੇਸਟ ਇਲੈਕਸ਼ਨਸ ਤੋਂ ਬਾਅਦ ਜਨਰੇਟ ਹੋਏਗਾ ਉੱਥੇ ਉਹਨੂੰ ਬਾਇਓਮੈਡੀਕਲ ਵੇਸਟ ਲੇਬਲਿੰਗ ਕਰ ਦਿੱਤੀ ਜਾਏਗੀ ਉਸ ਤੇ ਉਹਨੂੰ ਉੱਥੋਂ ਸਪੈਸ਼ਲੀ ਪਿਕਅਪ ਕਰ ਲਿੱਤਾ ਜਾਏਗਾ ਸੋ ਦੈਟ ਜਿਹੜਾ ਡਿਜ਼ੀਜ਼ ਹੈਗਾ ਉਹ ਅੱਗੇ ਕਿਤੇ ਹੋਰ ਸਪਰੈਡ ਨਾ ਹੋ ਸਕੇ ਜੀ। ਸੋ ਚੂँਕਿ ਕੋਵਿਡ ਦਾ ਸਮਾਂ, ਸੋ ਪ੍ਰਸ਼ਾਸਨ ਵੱਲੋਂ ਹਰ ਇੱਕ ਵੋਟਰ ਨੂੰ ਅਲੱਗ ਗਲਵਸ ਔਰ ਕਿਸ ਤਰੀਕੇ ਦੇ ਨਾਲ ਤਾਂ ਕਿ ਉਹ ਫਿੰਗਰਪ੍ਰਿੰਟ ਵੀ ਜਿਹੜਾ ਹੈ ਕਿਸੇ ਦੇ ਨਾਲ ਟੱਚ ਨਾ ਹੋਏ, ਸੋ ਪੂਰਾ ਹੈਲਥ ਡਿਪਾਰਟਮੈਂਟ ਦੀਆਂ ਟੀਮਾਂ ਜਿਹੜੀਆਂ ਚੂँਕਿ ਇਹਦੇ ਨਾਲ ਇਨਵੋਲਵ ਨੇ, ਸੋ ਪ੍ਰਸ਼ਾਸਨ ਦੀ ਕੋਸ਼ਿਸ਼ ਹੈ ਕਿ ਬਿਨਾਂ ਕਿਸੇ ਡਰ ਦੇ ਤੁਸੀਂ ਕੋਵਿਡ ਪ੍ਰੋਟੋਕਾਲ ਦਾ ਪਾਲਣਾ ਕਰਦੇ ਹੋਏ ਇਸ ਚੋਣਾਂ ਵਿੱਚ ਵੱਧ ਤੋਂ ਵੱਧ ਜਿਹੜਾ ਹੈ ਉਹ ਆਪਣੀ ਭਾਗੀਦਾਰੀ ਕਰੋ। ਮੈਂ ਸੰਧੂ ਸਾਹਿਬ ਕਿ ਆਮ ਤੌਰ 'ਤੇ ਅਸੀਂ ਦੇਖਦੇ ਹਾਂ ਕਿ ਬਹੁਤ ਵਾਰੀ ਚੋਣਾਂ ਵਿੱਚ ਅਸੀਂ ਦੇਖਦੇ ਹਾਂ ਰੈਲੀਆਂ ਵਿੱਚ ਲੀਡਰਸ ਵੱਲੋਂ ਕਮਿਊਨਲ ਸਪੀਚਿਸ ਦਿੱਤੀਆਂ ਜਾਂਦੀਆਂ, ਕਈ ਵਾਰੀ ਹੇਟ ਸਪੀਚ ਜਿਹਨੂੰ ਅਸੀਂ ਕਹਿ ਦਿੰਦੇ ਹਾਂ। ਸੋ ਇਹਨਾਂ ਚੀਜ਼ਾਂ ਤੋਂ ਅਸੀਂ ਕਿੱਦਾਂ ਬਚਣਾ ਹੈ ਤਾਂ ਕਿ ਅਸੀਂ ਬਿਹਤਰ ਉਮੀਦਵਾਰ ਹੀ ਚੁਣ ਕੇ ਜਿਹੜੇ ਉਹ ਲੈ ਕੇ ਆਈਏ? ਕੀ ਅਪੀਲ ਤੁਸੀਂ ਸਾਡੇ ਵੋਟਰਸ ਨੂੰ ਕਰਨਾ ਚਾਹੋ? ਮੈਂ ਅਪੀਲ ਕਰਦਾ ਕਿ ਇਹੋ ਜਿਹੀਆਂ ਇਮੋਸ਼ਨਸ ਦੇ ਵਿੱਚ ਲੱਗ ਕੇ ਆਪਣੇ ਦੇਸ਼ ਦਾ, ਹਲਕੇ ਦਾ, ਆਪਣੇ ਸੂਬੇ ਦਾ ਨੁਕਸਾਨ ਨਾ ਕਰੋ। ਇਹ ਜਾਣਬੁੱਝ ਕੇ ਤੁਹਾਨੂੰ ਉਕਸਾਉਣ ਲਈ ਕੀਤਾ ਜਾਂਦਾ ਹੈ, ਤੁਹਾਡੇ ਕੋਲੋਂ ਫਾਇਦਾ ਲੈਣ ਲਈ ਕੀਤਾ ਜਾਂਦਾ ਹੈ। ਸੋ ਮੇਨ ਚੀਜ਼ ਇਹ ਦੇਖੋ ਕਿ ਉਹ ਕੈਂਡੀਡੇਟ ਦੀ ਪਾਲਿਸੀ ਕੀ ਹੈ, ਉਹਦਾ ਮੈਨੀਫੈਸਟੋ ਕੀ ਹੈ, ਉਹ ਪਹਿਲਾਂ ਕੀ ਕਰਦਾ ਰਿਹਾ ਹੈ ਤੇ ਅੱਗੇ ਆ ਕੇ ਕੀ ਕਰੇਗਾ। ਸਿਰਫ ਕਮਿਊਨਲ ਇਹ ਹੋਣ ਕਰਕੇ ਕਿ ਇੱਕ ਬੰਦਾ ਤੁਹਾਡੇ ਧਰਮ ਨਾਲ ਸੰਬੰਧਿਤ ਹੈ ਜਾਂ ਜਾਤੀ ਨਾਲ ਸੰਬੰਧਿਤ ਹੈ, ਇਹਦਾ ਇਹ ਮਤਲਬ ਨਹੀਂ ਕਿ ਉਹ ਚੰਗਾ ਕੰਮ ਹੀ ਕਰੇਗਾ। ਸੋ ਕੋਈ ਵੀ ਬੰਦਾ ਹੋਏ, ਇਹ ਦੇਸ਼ ਇੱਕ ਕਮਿਊਨਲ ਦੇਸ਼ ਨਹੀਂ ਹੈ, ਇੱਕ ਦੇਸ਼ ਇੱਕ ਸਾਰੇ ਸੈਕੂਲਰ ਦੇਸ਼ ਹੈ। ਇਸ ਕਰਕੇ ਇਹੋ ਜਿਹੇ ਵਹਿਮਾਂ ਭਰਮਾਂ 'ਚ ਨਾ ਪਾਓ, ਇਹੋ ਜਿਹੇ ਉਕਸਾਵੇ 'ਚ ਨਾ ਆਓ ਤੇ ਸਿਰਫ ਆਪਣੀ ਵੋਟ ਕਾਸਟ ਕਰਨ ਲੱਗਿਆ ਸਭ ਤੋਂ ਬੈਸਟ ਕੈਂਡੀਡੇਟ ਨੂੰ ਪਾਓ। ਉਹਦੇ ਕ੍ਰੈਡੈਂਸ਼ੀਅਲਸ ਦੇਖੋ ਕਿ ਉਹ ਕੰਮ ਕੀ ਕਰਦਾ ਰਿਹਾ ਹੈ, ਉਹ ਹੁਣ ਅੱਗੇ ਕੀ ਕਰੇਗਾ। ਸਭ ਤੋਂ ਪਹਿਲਾਂ ਨੋ ਯੋਰ ਵੋਟਰ ਦੇ ਹਿਸਾਬ ਨਾਲ ਉਹਦੀ ਸਾਰੀ ਪ੍ਰੋਫਾਈਲ ਚੈੱਕ ਕਰੋ, ਉਹਦਾ ਸਾਰਾ ਕੰਡਕਟ ਚੈੱਕ ਕਰੋ, ਉਸ ਤੋਂ ਬਾਅਦ ਹੀ ਵੋਟ ਪਾਓ। ਕਿਸੇ ਧਰਮ ਦੇ, ਕਿਸੇ ਜਾਤੀ ਦੇ ਇੱਦਾਂ ਦੀਆਂ ਚੀਜ਼ਾਂ ਦੇ ਬਹਿਕਾਵੇ 'ਚ ਆ ਕੇ ਵੋਟ ਕਾਸਟ ਨਾ ਕਰੋ। ਤੁਹਾਡੀ ਜ਼ਿੰਮੇਵਾਰੀ ਹੈ। ਤੁਸੀਂ ਬੜੇ ਭਾਗਸ਼ਾਲੀ ਹੋ, ਤੁਹਾਨੂੰ ਡੈਮੋਕ੍ਰੇਸੀ 'ਚ ਰਹਿਣ ਦਾ ਮੌਕਾ ਮਿਲਿਆ। ਜਿਨ੍ਹਾਂ ਦੇ ਦੇਸ਼ਾਂ 'ਚ ਡੈਮੋਕ੍ਰੇਸੀ ਨਹੀਂ ਹੈਗੀ ਜਾਂ ਸਹੀ ਤਰ੍ਹਾਂ ਨਹੀਂ ਚੱਲ ਰਹੀ, ਉਹਨਾਂ ਦਾ ਹਾਲ ਦੇਖੋ। ਚੰਗੀ ਹੈ, ਮਾੜੀ ਹੈ, ਸਭ ਤੋਂ ਵਧੀਆ ਇਹੀ ਫਾਰਮ ਆਫ ਗਵਰਨਮੈਂਟ ਹੈ
ਸੋ ਬੜਾ ਅਹਿਮ ਹੈ ਕਿ ਸਾਨੂੰ ਵੋਟਰਸ ਨੂੰ ਜਾਗਰੂਕ ਹੋਣਾ ਪਏਗਾ ਔਰ ਆਪਣੇ ਆਲੇ ਦੁਆਲੇ ਹਰ ਤਰ੍ਹਾਂ ਦੀ ਪੈਣੀ ਨਜ਼ਰ ਰੱਖਦੇ ਹੋਏ ਬਿਹਤਰ ਜਿਹੜੀ ਹੈ ਸਾਨੂੰ ਆਪਣੀ ਭਾਗੀਦਾਰੀ ਜਿਹੜੀ ਕਰਨੀ ਚਾਹੀਦੀ। ਸਰ ਚੰਦ ਸੈਕਿੰਡ ਦੇ ਵਿੱਚ ਕੀ ਕੋਈ ਵੋਟਰ ਹੈਲਪਲਾਈਨ ਨੰਬਰ ਵੀ ਹੈ, ਅਗਰ ਹੈ ਤਾਂ ਉਹ ਵੀ ਸਾਡੇ ਦਰਸ਼ਕਾਂ ਨੂੰ, ਔਰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਤਾਂ ਕਿ ਅਸੀਂ ਲੋਕਤੰਤਰ ਨੂੰ ਹੋਰ ਬਿਹਤਰ ਬਣਾ ਸਕੀਏ? ਦੇਖੋ 1950 ਵੋਟਰ ਹੈਲਪਲਾਈਨ ਜਿਹੜੀ ਹੈਗੀ ਹੈ ਉਹ ਸ਼ੁਰੂਆਤੀ ਚੱਲਦੀ ਪਈ ਹੈ ਕਾਫੀ ਦੇਰ ਦੀ ਹੁਣ, ਜਿਨ੍ਹਾਂ ਦੇ ਵਿੱਚ ਅਸੀਂ ਕਿਸੇ ਨੂੰ ਆਪਣੀ ਵੋਟ ਬਣਾਉਣ ਰਿਲੇਟਡ ਕੋਈ ਵੀ ਕੁਐਰੀ ਸੀਗੀ ਉਹਦੇ ਉੱਪਰ ਸਾਰੇ ਸਾਡੇ ਆਪਰੇਟਰਸ ਬੈਠੇ ਹੁੰਦੇ ਆ, ਉਹਨਾਂ ਦਾ ਆਨਸਰ ਕਰਦੇ ਆ। ਤੇ ਇਸ ਤੋਂ ਇਲਾਵਾ ਹੈਲਪਲਾਈਨ ਨੰਬਰਸ ਅਸੀਂ ਫਲੈਸ਼ ਕੀਤੇ ਹੋਏ ਆ ਜੀ, ਕਨਸਟੀਟੂਐਂਸੀ ਲੈਵਲ ਤੇ ਵੀ, ਡਿਸਟ੍ਰਿਕਟ ਲੈਵਲ ਤੇ ਵੀ। ਤੇ ਜੇ ਉੱਥੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਐਰੀ ਵੀ ਹੈਗੀ ਹੈ ਜਾਂ ਕੋਈ ਕੰਪਲੇਂਟ ਹੈਗੀ ਹੈ ਜਾਂ ਤੁਹਾਨੂੰ ਕਿਸੇ ਤਰੀਕੇ ਦਾ ਕੋਈ ਵਾਇਲੇਸ਼ਨ ਵੀ ਰਿਪੋਰਟ ਕਰਨਾ ਹੈ, ਤੁਸੀਂ ਉਹਨਾਂ ਹੈਲਪਲਾਈਨ ਨੰਬਰਸ ਤੇ ਆਰਾਮ ਨਾਲ ਫੋਨ ਕਰਕੇ ਕਰ ਸਕਦੇ ਹੋ। ਸੋ ਬੜੀ ਮਹੱਤਵਪੂਰਨ ਜਾਣਕਾਰੀ, ਔਰ ਚੂੰਕਿ ਹੈਲਪਲਾਈਨ ਨੰਬਰ ਵੀ ਮਿਲੇ ਹੋਏ ਆ 1950 ਹੈਲਪਲਾਈਨ ਨੰਬਰ ਦੇ ਉੱਤੇ ਵੀ ਵੋਟਰ ਹਰ ਸੰਭਵ ਜਾਣਕਾਰੀ ਲੈ ਸਕਦਾ ਔਰ ਆਪਣੀ ਮਹੱਤਵਪੂਰਨ ਸ਼ਮੂਲੀਅਤ ਜਿਹੜੀ ਹੈ ਲੋਕਤੰਤਰ ਦੇ ਵਿੱਚ ਪਾਏਗਾ। ਆਸ ਕਰਦੇ ਹਾਂ ਕਿ ਅੱਜ ਦੀ ਜਾਣਕਾਰੀ ਤੋਂ ਵੋਟਰ ਜਿਹੜੇ ਜ਼ਰੂਰ ਲਾਭਬੰਦ ਹੋਏ ਹੋਣਗੇ ਔਰ ਲੋਕਤੰਤਰ 'ਚ ਆਪਣੀ ਸ਼ਮੂਲੀਅਤ ਕਰਨਗੇ। ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਜੈ ਹਿੰਦ ਜੀ।